ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਛੁ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ ਬਖਤੀ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹਾ ਹੋਇਓ ਲਾਲ ਨਦਰ ਜਦ ਸਤਿਗੁਰ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠ ਹੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਨ ਕੀ ਗਇਓ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਇਓ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਤੀਜੈ ਜਨ ਨਾਨਕ ਚਲਹਿ ਮਿਲੰਥਾ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂ ਪਰਖ ਜੰਤੈਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬੇਸਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਘਰ ਦੂਜਾ ਜੋ ਵਰ ਦਿਓ ਤਾ ਮਿਲੈ ਹਰਾਰ ਜੋ ਵਰ ਦਿਓ ਤਾ ਉਤਰੈ ਪਾਰ ਜੋ ਵਰ ਦਿਓ ਤਾ
ਗੁਰ ਦਿਓ ਕੰਚ ਤੇ ਦੂਰ, ਜੋ ਗੁਰ ਦਿਓ ਨਾ ਮਰਮੋ ਝੂਰ, ਜੋ ਗੁਰ ਦਿਓ ਤਾ ਅੰਮ੍ਰਿਤ ਬਾਣੀ, ਜੋ ਗੁਰ ਦਿਓ ਤਾ ਅਕਥ ਕਹਾਣੀ, ਜੋ ਗੁਰ ਦਿਓ ਤਾ ਅੰਮ੍ਰਿਤ ਦੇਹ, ਜੋ ਗੁਰ ਦਿਓ ਨਾਮ ਜਪ ਲੇਹ, ਜੋ ਗੁਰ ਦਿਓ ਭਵਨ ਤ੍ਰੈ ਪੂਜੈ, ਜੋ ਗੁਰ ਦਿਓ ਊਚ ਪਦ ਪੂਜੈ, ਜੋ ਗੁਰ ਦਿਓ ਤਾ ਸੀਸ ਆਕਾਸ, ਜੋ ਗੁਰ ਦਿਓ ਸਦਾ ਸਾਬਾਸ, ਜੋ ਗੁਰ ਦਿਓ ਭਵਨ ਤ੍ਰੈ ਪੂਜੈ, ਜੋ ਗੁਰ ਦਿਓ ਊਚ ਪਦ ਪੂਜੈ, ਜੋ ਗੁਰ ਦਿਓ ਤਾ ਸੀਸ ਆਕਾਸ, ਜੋ ਗੁਰ ਦਿਓ ਸਦਾ ਸਾਬਾਸ। ਘਰ ਦੂਜਾ, ਜੋ ਗੁਰ ਦਿਓ ਤਾ ਮਿਲੈ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਜਬਰ ਛਤਰ ਦੇ ਮਾਲਕ, ਜੁਗ ਜੁਗ ਅਟਲ ਪਤਤ ਪਾਵਨ, ਭਗਤ ਵਛਲ ਕਰਨਾ ਨਿਧਾਨ ਅੰਤਰਜਾਮੀ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ, ਗੁਰੂ ਰੂਪ ਖਾਲਸਾ ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ, ਪੰਜ ਬਾਣੀਆਂ ਦਾ ਪਾਠ, ਸ਼ਬਦ ਹਜ਼ਾਰੇ, ਅੰਮ੍ਰਿਤ ਬਾਣੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ। ਗੁਰੂ ਦਰਸ਼ਨ ਕਰਕੇ, ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ, ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਦੂਜਾ, ਜੋ ਗੁਰ ਦਿਓ ਤਾ ਮਿਲੈ ਮੁਰਾਰ। ਸਾਧ ਸੰਗਤ, ਭੈਰਵ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਭਗਤ ਨਾਮਦੇਵ ਜੀ ਦੀ ਰਸਨਾ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਭਗਤ ਜੀ ਨੇ ਇਸ ਸ਼ਬਦ ਅੰਦਰ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਸਭ ਤੋਂ ਉੱਤਮ ਹੈ। ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਹੋਰ ਜੋ ਦੁਨੀਆ ਦੇ ਦੇਵੀ ਦੇਵਤੇ, ਕਿਸੇ ਮਨੁੱਖਾਂ ਦੀ ਸੇਵਾ, ਰਾਜਿਆਂ ਦੀ ਸੇਵਾ, ਉਹ ਵਿਅਰਥ ਆਖੀ ਹੈ। ਇਸ ਸ਼ਬਦ ਅੰਦਰ ਭਗਤ ਜੀ ਗੁਰਦੇਵ ਪੂਜਨੀਕ ਸਤਿਗੁਰਾਂ ਦੀ ਵਡਿਆਈ ਕਥਨ ਕਰਦੇ ਨੇ। ਔਰ ਜਦੋਂ ਪਰਮਾਤਮਾ ਦਾ ਸਰੂਪ ਸਤਿਗੁਰੂ ਜੀ ਤਰੁੱਠ ਪੈਂਦੇ ਨੇ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਤਾਂ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਭਗਤ ਜੀ ਆਪਣੇ ਜੀਵਨ ਦਾ ਅਨੁਭਵ ਸਾਡੇ ਤਾਈਂ ਦੱਸਦੇ ਨੇ। ਸੁਰ ਤਾਲ ਦੇ ਦੂਜੇ ਘਰ ਅੰਦਰ ਇਹ ਸ਼ਬਦ ਗਾਇਆ ਜਾਂਦਾ ਹੈ, ਜੋ ਗੁਰ ਦਿਓ ਤਾਂ ਮਿਲੈ ਮੁਰਾਰ। ਜਦੋਂ ਪੂਜਨੀਕ ਗੁਰਾਂ ਦੀ ਕਿਰਪਾ ਹੁੰਦੀ ਹੈ, ਪੂਰੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਮਿਲੈ ਮੁਰਾਰ। ਮੁਰ ਆਦਿਕ ਦੈਂਤਾਂ ਨੂੰ ਮਾਰਨ ਵਾਲਾ ਪਰਮਾਤਮਾ ਮਿਲ ਜਾਂਦਾ ਹੈ। ਗੁਰਬਾਣੀ ਦਾ ਇਹ ਪ੍ਰਮਾਣ ਹੈ, ਪਰਮੇਸ਼ਰ ਦੀ ਕਿਰਪਾ ਦੇ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ। ਜਦੋਂ ਵਾਹਿਗੁਰੂ ਰਹਿਮਤ ਕਿਰਪਾ ਕਰਦਾ ਹੈ, ਇਸ ਭੁੱਲੇ ਭਟਕੇ ਜੀਵ ਨੂੰ ਪੂਰੇ ਗੁਰੂ ਦੀ ਸ਼ਰਨ ਵਿੱਚ ਲੈ ਆਉਂਦਾ ਹੈ। ਇਸ ਦੇ ਮਸਤਕ ਦੇ ਸ਼੍ਰੋਮਣੀ ਭਾਗ ਬਣਾ ਕਰਕੇ ਪੂਰੇ ਸਤਿਗੁਰਾਂ ਨਾਲ ਇਹਦਾ ਮੇਲ ਹੋ ਜਾਂਦਾ ਹੈ। ਪੂਰੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਕਰਕੇ ਇਹ ਆਪਣੇ ਜੀਵਨ ਨੂੰ ਸਵਾਰਦਾ ਹੈ, ਘੜਦਾ ਹੈ। ਆਪਣੇ ਮਨ ਨੂੰ, ਆਪਣੀ ਬੁੱਧੀ ਦੇ ਤਾਈਂ ਵਿਕਾਰਾਂ ਤੋਂ ਬਚਾ ਕਰਕੇ ਨਾਮ ਸੇਵਾ ਸਿਮਰਨ ਵਿੱਚ ਪਰੋ ਲੈਂਦਾ ਹੈ। ਜਤ ਸਤ ਸੰਜਮ ਸਾਧਨ ਕਾਇਮ ਹੋ ਜਾਂਦੇ ਨੇ। ਬੇਅੰਤੀ ਬਖਸ਼ਿਸ਼ਾਂ ਸਤਿਗੁਰਾਂ ਤੋਂ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਜੀ ਸਭ ਤੋਂ ਵੱਡੀ ਕਿਰਪਾ ਰਹਿਮਤ ਕਰਦੇ ਹਨ। ਬੰਧਨ ਤੋੜ ਬੁਲਾਵੇ RAM, ਮਨ ਮਹਿ ਲਾਗੈ ਸਾਚ ਧਿਆਨ। ਮਿਟੇ ਕਲੇਸ਼ ਸੁਖੀ ਹੋਏ ਰਹੀਐ, ਐਸਾ ਦਾਤਾ ਸਤਿਗੁਰ ਕਹੀਐ। ਆਪਣੇ ਗੁਰਸਿੱਖਾਂ ਦੇ ਜੀਵਨ ਦੇ ਵਿੱਚੋਂ ਬੰਧਨ ਤੋੜ ਕਰਕੇ ਉਹਨਾਂ ਦੀ ਰਸਨਾ ਤੋਂ RAM ਵਾਹਿਗੁਰੂ ਦਾ ਨਾਮ ਬੁਲਾਉਂਦੇ ਹਨ। ਮਨ ਦੇ ਵਿੱਚ ਸੱਚੇ ਦੇ ਨਾਲ ਉਹਨਾਂ ਦਾ ਧਿਆਨ ਜੋੜ ਦਿੰਦੇ ਨੇ। ਜਿੱਥੇ ਸਤਿਗੁਰਾਂ ਬਚਨ ਕੀਤੇ, ਭੋਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਿਆਈ। ਸੱਚੇ ਸਤਿਗੁਰੂ ਨਾਨਕ ਦੇਵ ਮਹਾਰਾਜ ਤੋਂ ਬਿਨਾਂ ਪੂਰਾ ਕੋਈ ਨਹੀਂ ਹੈ। ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਨ ਪੰਜ ਮਾਰ ਬਿਦਾਰ ਕੁਦਾਰੇ, ਸੋ ਪੂਰਾ ਇਹ ਗਲੀ ਰੇ। ਜਿਸ ਨੇ ਪੰਜ ਵਿਕਾਰਾਂ ਦੇ ਤਾਈਂ ਮਾਰਿਆ ਹੋਵੇ ਔਰ ਆਪਣੇ ਗੁਰਸਿੱਖਾਂ ਦੇ ਹਿਰਦਿਆਂ ਵਿੱਚੋਂ ਵੀ ਪੰਜ ਵਿਕਾਰ ਮਾਰਨ ਦੇ ਸਮਰੱਥ ਸਤਿਗੁਰੂ ਜੀ। ਐਸੇ ਪੂਰਨ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਮੁਰ ਆਦਿਕ ਦੈਂਤਾਂ ਨੂੰ ਮਾਰਨ ਵਾਲਾ, ਹੰਕਾਰ ਨੂੰ ਮਾਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਪੂਜਨੀਕ ਸਤਿਗੁਰਾਂ ਦੀ, ਗੁਰਦੇਵ ਦੀ ਕਿਰਪਾ ਹੋ ਗਈ ਤਾਂ ਜੀਵ ਇਸ ਭਵਜਲ ਸੰਸਾਰ ਤੋਂ, ਜਗਤ ਜਲੰਦੇ ਤੋਂ ਪਾਰ ਹੋ ਜਾਂਦਾ ਹੈ। ਮੁਕਤੀ ਰੂਪ ਕਿਨਾਰੇ ਤੇ ਪਹੁੰਚ ਕੇ ਪਰਮੇਸ਼ਰ ਨਾਲ ਅਭੇਦ ਹੋ ਜਾਂਦਾ ਹੈ। ਜਦੋਂ ਪੂਜਨੀਕ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਜੀਵ ਇਸ ਸੰਸਾਰ ਤੋਂ ਤਰ ਕੇ ਬੈਕੁੰਠ
ਜਿੱਥੇ ਬੈ ਨਾਮ ਹੈ ਦੁਵੈਤ ਦਾ, ਕੰਠ ਰੁਕ ਜਾਂਦੀ ਹੈ, ਉੱਥੇ ਪਹੁੰਚ ਜਾਂਦਾ ਹੈ। ਸੱਚਖੰਡ ਵਿੱਚ ਉਸ ਦਾ ਵਾਸਾ ਹੋ ਜਾਂਦਾ ਹੈ। ਜਦੋਂ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਸਾਧ ਸੰਗਤ, ਤਾਂ ਜੀਵ ਜਿਹੜੇ ਬੈਕੁੰਠ ਆਦਿਕ ਮੁਕਤੀਆਂ ਨੇ ਨਾ, ਇਹਨਾਂ ਦੇ ਤਾਈਂ ਵੀ ਛੋਟੀਆਂ ਸਮਝ ਲੈਂਦਾ। ਮੁਕਤ ਬੱਪੜੀ ਬੇਗਿਆਨੀ ਤਿਆਗੇ, ਜਿਹੜੇ ਗਿਆਨਵਾਨ ਗੁਰਮੁਖ ਨੇ, ਉਹਨਾਂ ਦਾ ਵਾਹਿਗੁਰੂ ਦੇ ਚਰਨਾਂ ਵਿੱਚ ਐਸਾ ਪ੍ਰੇਮ ਬਣ ਜਾਂਦਾ, ਮੁਕਤੀਆਂ ਵੀ ਤਿਆਗ ਦਿੰਦੇ ਨੇ। ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦਾ ਹੈ ਕਿ ਮੁਕਤੀਆਂ ਵੀ ਉਹਨਾਂ ਨੂੰ ਛੋਟੀਆਂ ਲੱਗ ਜਾਂਦੀਆਂ ਹਨ। ਇਹਨਾਂ ਤੋਂ ਅੱਗੇ ਹੋ ਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਜੋ ਗੁਰ ਦੇਉ ਤਾ ਜੀਵਤ ਮਰੈ। ਜਦੋਂ ਪੂਜਨੀਕ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਮਿਹਰ ਹੁੰਦੀ ਹੈ, ਤਾਂ ਸਤਿਗੁਰੂ ਕਹਿੰਦੇ ਭਾਈ ਜੀਵ ਜੀਵਤ ਭਾਵ ਤੋਂ ਮਰ ਜਾਂਦਾ ਹੈ। ਉਹ ਸੰਸਾਰ ਵੱਲੋਂ, ਮਾਇਆ ਵੱਲੋਂ, ਵਿਕਾਰਾਂ ਵੱਲੋਂ ਮਰ ਜਾਂਦਾ ਹੈ। ਉਹਦੇ ਅੰਦਰ ਔਗਣ ਮਰ ਜਾਂਦੇ ਨੇ, ਜਿਹਦੇ ਤੇ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ। ਜੀਵਤ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉ ਹੋਏ। ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ। ਮਹਾਰਾਜ ਕਹਿੰਦੇ ਜਿਹਨੇ ਭੈ ਦਾ ਸੰਜਮ ਕੀਤਾ, ਵਾਹਿਗੁਰੂ ਦੇ ਭੈ ਵਿੱਚ ਜੀਵਨ ਬਤੀਤ ਕਰਦਾ ਤੇ ਹਿਰਦੇ ਵਿੱਚ ਪ੍ਰੇਮ ਰੂਪ ਦਾਰੂ ਪੀਂਦਾ ਹੈ, ਦਵਾਈ ਉਸਨੇ ਔਖਦ ਪ੍ਰਾਪਤ ਕੀਤੀ ਹੈ, ਪ੍ਰੇਮ ਰੂਪ। ਇਹ ਹੈ ਜੀਵਤ ਭਾਵ ਤੋਂ ਮਰਨਾ। ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਆਪਣੇ ਜੀਵਨ ਅੰਦਰ ਜੋ ਸਤਿਗੁਰਾਂ ਨੇ ਬਚਨ ਕੀਤਾ, ਉਸ ਨੂੰ ਭਲ ਕਰਕੇ, ਆਪਣਾ ਭਲਾ ਜਾਣ ਕੇ ਉਹ ਮੰਨਦੇ ਹਨ। ਪਰ ਇਹ ਤਦੋਂ ਹੀ ਹੁੰਦਾ ਸਾਧ ਸੰਗਤ, ਜਦੋਂ ਪੂਜਨਿਕ ਸਤਿਗੁਰਾਂ ਦੀ ਕਿਰਪਾ ਹੋ ਜਾਵੇ। ਸਤ ਸਤ ਸਤਿਗੁਰ ਦੇਵ। ਮਹਾਰਾਜ ਕਹਿੰਦੇ ਭਾਈ ਜੋ ਸੱਚ ਸੱਚੇ ਸਤਿਗੁਰੂ ਦੇਵ ਪ੍ਰਕਾਸ਼ ਸਰੂਪ ਹਨ। ਸਤ ਸਰੂਪ ਜੋ ਪਰਮਾਤਮਾ ਹੈ, ਉਸ ਦਾ ਹੀ ਸਰੂਪ ਨੇ ਸਤਿਗੁਰੂ ਜੀ। ਔਰ ਸਾਰਿਆਂ ਦੇ ਗੁਰਦੇਵ ਪੂਜਨੀਕ ਹਨ, ਗੁਰ ਚੇਤਨ ਸਰੂਪ ਹਨ, ਦੇਵ ਪ੍ਰਕਾਸ਼ ਸਰੂਪ ਹਨ। ਸਤਯੁਗ ਵਿੱਚ ਵੀ ਸੱਚੇ ਸੀ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਵਿੱਚ ਵੀ ਸੱਚੇ ਹਨ। ਤੋ ਸਤਿਗੁਰ ਚੌਹ ਜੋਗੀ, ਆਪ ਆਪੇ ਪਰਮੇਸ਼ਰ। ਸਤਿਗੁਰਾਂ ਦੀ ਬਾਣੀ ਵੀ ਚੌਹ ਜੋਗਾਂ ਵਿੱਚ ਸੱਚੀ ਹੈ। ਵਰਤਮਾਨ ਸਮਾਂ ਤੇ ਭੂਤਕਾਲ ਸਮਾਂ, ਭਵਿੱਖਤ ਕਾਲ ਸਮਾਂ, ਇਹਨਾਂ ਵਿੱਚ ਵੀ ਸਤਿਗੁਰੂ ਜੀ ਸੱਚੇ ਹਨ। ਸਤਿਗੁਰੂ ਮਹਾਰਾਜ ਜੀ ਜਾਗਰਤ ਅਵਸਥਾ ਵਿੱਚ ਵੀ, ਸੁਪਨ ਅਵਸਥਾ ਵਿੱਚ, ਸੁਖੋਪਤ ਅਵਸਥਾ ਵਿੱਚ, ਸਾਖੀ ਚੇਤਨ ਸਰੂਪ ਵਿੱਚ ਵੀ ਸੱਚੇ ਹਨ। ਸਤਿਗੁਰੂ ਮਹਾਰਾਜ ਜੀ ਜੀਵ ਦੇ ਅਸਥੂਲ ਸਰੀਰ ਅੰਦਰ ਵੀ ਸੱਚ ਨੂੰ ਦ੍ਰਿੜ ਕਰਾਉਣ ਵਾਲੇ ਨੇ, ਸੂਖਮ ਸਰੀਰ ਅੰਦਰ ਵੀ ਸੱਚ ਦੀ ਗੱਲ ਕਰਦੇ ਨੇ, ਤੇ ਕਾਰਨ ਸਰੀਰ ਅੰਦਰੋਂ ਵੀ ਅਗਿਆਨ ਦਾ ਨਾਸ਼ ਕਰਕੇ ਸਤ ਜੋ ਆਤਮਾ ਹੈ, ਸਾਖੀ ਚੇਤਨ, ਉਹਦਾ ਪ੍ਰਕਾਸ਼ ਕਰਨ ਵਾਲੇ ਹਨ। ਭਗਤ ਜੀ ਕਹਿੰਦੇ ਭਾਈ ਜੋ ਆਨ ਹੋਰ ਦੇਵੀ ਦੇਵਤੇ, ਹੋਰ ਮੜੀ ਮਸਾਣਾ ਦੀ ਸੇਵਾ ਕਰਨੀ ਹੈ ਨਾ, ਇਹ ਝੂਠੀ ਹੈ। ਪਿਛਲੇ ਸਮੇਂ ਵਿੱਚ, ਬੀਤ ਚੁੱਕੇ ਸਮੇਂ ਵਿੱਚ ਵੀ ਝੂਠੀ ਸੀ, ਹੁਣ ਵੀ ਝੂਠੀ ਹੈ।
ਆਉਣ ਵਾਲੇ ਸਮੇਂ ਵਿੱਚ ਵੀ ਝੂਠੀ ਹੋਵੇਗੀ। ਹੋਰ ਦੇਵੀ ਦੇਵਤਿਆਂ ਦੀ ਸੇਵਾ ਕਰਨੀ। ਜਿੱਥੇ ਮਹਾਰਾਜ ਕਹਿੰਦੇ ਹਨ, ਜੇ ਕੋਈ ਦੂਜੇ ਦੀ ਸੇਵਾ ਕਰਦਾ ਹੈ ਤਾਂ ਸਾਧ ਸੰਗਤ ਵਿੱਚ ਜਨਮ ਵਿਅਰਥ ਚਲਿਆ ਜਾਂਦਾ ਹੈ। ਦੂਜੀ ਸੇਵਾ ਜਨਮ ਵਿਅਰਥਾ ਜਾਏ ਜੀ। ਦੂਜੀ ਸੇਵਾ ਨੂੰ ਕਰਕੇ ਨਾ ਕਿਸੇ ਹੋਰ ਦੇਵੀ ਦੇਵਤੇ ਦੀ ਸੇਵਾ ਕੀਤਿਆਂ, ਜਿਵੇਂ ਲੋਕ ਮੜੀਆਂ ਤੇ ਜਾਂਦੇ ਨੇ, ਮਸਾਣਾਂ ਤੇ ਜਾਂਦੇ ਨੇ, ਦੀਵੇ ਜਗਾਉਂਦੇ ਨੇ, ਪਰ ਉੱਥੇ ਉਹਨਾਂ ਨੂੰ ਕੋਈ ਫਲ ਥੋੜ੍ਹੀ ਪ੍ਰਾਪਤ ਹੁੰਦਾ। ਦੇਖੋ, ਇੱਕ ਹੁੰਦਾ ਇਸ਼ਟ, ਜਿਹਦੀ ਪੂਜਾ ਕੀਤੀ ਜਾਂਦੀ ਹੈ, ਤੇ ਇੱਕ ਪੂਜਣ ਵਾਲਾ ਹੁੰਦਾ ਜਿਹਨੇ ਪੂਜਾ ਕਰਨੀ ਹੈ। ਜਿਹੜਾ ਪੂਜਾ ਕਰਨ ਵਾਲਾ ਹੈ, ਜੇ ਤਾਂ ਉਹਦੀ ਪੂਜਾ ਪੂਰੀ ਹੋ ਜਾਵੇ ਤਾਂ ਉਹਦਾ ਰੂਪ ਹੀ ਹੋ ਜਾਂਦਾ, ਉਹਦੇ ਵਰਗਾ ਹੀ ਬਣ ਜਾਂਦਾ। ਜੇ ਪੂਜਾ ਨਾ ਪੂਰੀ ਹੋਵੇ ਸਾਧ ਸੰਗਤ, ਫਿਰ ਉਹਦਾ ਵਾਹਣ ਬਣਨਾ ਪੈਂਦਾ। ਜਿਸ ਚੀਜ਼ ਤੇ ਉਹ ਚੜ੍ਹ ਕੇ ਜਾਂਦਾ ਹੈ ਨਾ, ਅਸਵਾਰੀ ਕਰਦਾ, ਉਹ ਵਾਹਣ ਬਣਨਾ ਪੈਂਦਾ। ਤੇ ਭਗਤ ਨਾਮਦੇਵ ਜੀ ਨੇ ਬਚਨ ਕੀਤੇ। ਭਗਤ ਜੀ ਕਹਿੰਦੇ, ਮਹਾ ਮਾਈ ਕੀ ਪੂਜਾ ਕਰੈ, ਨਰ ਸੈ ਨਾਰ ਹੋਏ ਉਤਰੈ। ਜਿਹੜੇ ਮਨੁੱਖ ਮਹਾ ਮਾਈ ਦੇਵੀ ਦੀ ਪੂਜਾ ਕਰਦੇ ਨੇ, ਜੇ ਤਾਂ ਉਹਨਾਂ ਦੀ ਦੇਵੀ ਦੀ ਪੂਜਾ ਪੂਰੀ ਹੋ ਜਾਵੇ ਤਾਂ ਫਿਰ ਉਹ ਦੇਵੀ ਬਣ ਜਾਂਦੇ ਨੇ, ਇਸਤਰੀ ਬਣ ਜਾਂਦੇ ਨੇ ਪੁਰਸ਼ ਤੋਂ। ਜੇ ਉਹਨਾਂ ਦੀ ਦੇਵੀ ਦੀ ਪੂਜਾ ਪੂਰੀ ਹੋ ਜਾਵੇ, ਤੇ ਜੇ ਪੂਜਾ ਅਧੂਰੀ ਰਹਿ ਜਾਵੇ ਤਾਂ ਫਿਰ ਜਿਹੜਾ ਦੇਵੀ ਦਾ ਵਾਹਣ ਹੈ ਸ਼ੇਰ, ਸ਼ੇਰ ਬਣਨਾ ਪੈਂਦਾ। ਜੇ ਕੋਈ ਮਨੁੱਖ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਲਦ ਚੜ੍ਹੇ ਡੋਰੂ ਟਮਕਾਵੈ। ਸ਼ਿਵ ਸ਼ਿਵ ਕਰਦਾ, ਸ਼ਿਵ ਜੀ ਦਾ ਨਾਮ ਲੈਂਦਾ, ਜਿਵੇਂ ਸ਼ਿਵ ਜੀ ਦਾ ਵਾਸਾ ਮਸਾਣਾ ਵਿੱਚ ਮੰਨਿਆ ਜਾਂਦਾ। ਸ਼ਿਵ ਜੀ ਆਪਣੇ ਸਰੀਰ 'ਤੇ ਸਵਾਹ ਮਲ ਕੇ ਰੱਖਦਾ, ਹੱਥ 'ਚ ਤਰਸੂਲ ਰੱਖਦਾ, ਉਸ ਦੇ ਜਟਾਂ ਹਨ, ਭੰਗ ਪੀਣੀ ਉਸ ਦਾ ਸੁਭਾਅ ਹੈ ਸਾਧ ਸੰਗਤ। ਤਾਂ ਇਸ ਤਰ੍ਹਾਂ ਜੇ ਕਿਸੇ ਦੀ ਪੂਜਾ ਪੂਰੀ ਹੋ ਜਾਵੇ ਤਾਂ ਉਹ ਸ਼ਿਵ ਜੀ ਦੇ ਵਾਂਗੂ ਉਹਦਾ ਸਰੂਪ ਹੋ ਜਾਂਦਾ। ਇਹ ਮਹਾਂਪੁਰਖ ਕਿਹਾ ਕਰਦੇ। ਤੇ ਜੇ ਉਸ ਦੀ ਪੂਜਾ ਪੂਰੀ ਨਾ ਹੋਵੇ ਤਾਂ ਫਿਰ ਉਹਨੂੰ ਸ਼ਿਵ ਜੀ ਦਾ ਵਾਹਣ ਕੀ ਹੈ? ਬਲਦ, ਬਲਦ ਬਣਨਾ ਪੈਂਦਾ ਭਾਈ। ਇਹ ਗੁਰਬਾਣੀ ਦਾ ਫਰਮਾਨ ਹੈ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਲਦ ਚੜ੍ਹੇ ਡੋਰੂ ਟਮਕਾਵੈ। ਫਿਰ ਭਗਤ ਜੀ ਕਹਿੰਦੇ, ਜਿਹੜੇ ਭੂਤਾਂ ਦੀ ਪੂਜਾ ਕਰਦੇ ਨੇ, ਜੇ ਉਹਨਾਂ ਦੀ ਪੂਜਾ ਪੂਰੀ ਹੋ ਜਾਵੇ ਤਾਂ ਉਹ ਭੂਤ ਬਣ ਜਾਂਦੇ ਨੇ। ਉਹਨਾਂ ਨੂੰ ਭੂਤਾਂ ਵਾਲੀਆਂ ਸ਼ਕਲਾਂ ਮਿਲ ਜਾਂਦੀਆਂ ਨੇ, ਪ੍ਰੇਤਾਂ ਵਾਲੀਆਂ ਸ਼ਕਲਾਂ ਮਿਲ ਜਾਂਦੀਆਂ ਨੇ। ਤੇ ਜੇ ਭੂਤਾਂ ਦੀ ਪੂਜਾ ਪੂਰੀ ਨਾ ਹੋਵੇ ਤਾਂ ਫਿਰ ਸਾਧ ਸੰਗਤ ਉਹਨਾਂ ਨੂੰ ਵਾਵਰੋਲੇ ਬਣਨਾ ਪੈਂਦਾ, ਕਿਉਂਕਿ ਜਿਹੜੇ ਭੂਤ ਨੇ ਉਹ ਵਾਵਰੋਲਿਆਂ 'ਤੇ ਅਸਵਾਰ ਹੁੰਦੇ ਹਨ, ਵਿਦਵਾਨ ਕਹਿੰਦੇ। ਇਸ ਤਰ੍ਹਾਂ ਹੀ ਜੇ ਕੋਈ ਭੈਰੋਂ ਦੀ ਪੂਜਾ ਕਰਦਾ ਤਾਂ ਉਹਨੂੰ ਭੈਰੋ ਵਰਗਾ ਕਾਲਾ ਮੂੰਹ ਮਿਲ ਜਾਂਦਾ ਹੈ, ਕਾਲੀ ਸ਼ਕਲ ਬਣ ਜਾਂਦੀ ਹੈ। ਜੇ ਉਹਦੀ ਪੂਜਾ ਪੂਰੀ ਨਾ ਹੋਵੇ ਤਾਂ ਭੈਰੋ ਕੁੱਤੇ 'ਤੇ ਅਸਵਾਰ ਹੁੰਦਾ, ਗਧੇ 'ਤੇ ਅਸਵਾਰ ਹੁੰਦਾ, ਉਹਨੂੰ ਸਾਧ ਸੰਗਤ ਗਧਾ ਬਣਨਾ ਪੈਂਦਾ, ਕੁੱਤਾ ਬਣਨਾ ਪੈਂਦਾ। ਹੁਣ ਸਭ ਤੋਂ ਮਹਾਨ ਪੂਜਾ ਕਿਹਦੀ ਹੈ? ਅਕਾਲ ਪੁਰਖ ਦੀ। ਅਕਾਲ ਪੁਰਖ ਵਾਹਿਗੁਰੂ ਜੋ ਸਮਝ ਨਹੀਂ ਆਉਂਦਾ, ਜੋ ਨਿਰਭਉ ਹੈ, ਨਿਰਵੈਰ ਹੈ, ਜੇ ਅਸੀਂ ਉਸ ਦੀ ਪੂਜਾ ਕਰਦੇ ਹਾਂ ਤਾਂ ਜੇ ਸਾਡੀ ਪੂਜਾ ਪੂਰੀ ਹੋ ਜਾਵੇ ਤਾਂ ਉਹ ਵਾਹਿਗੁਰੂ ਸਾਨੂੰ ਵੀ ਕਾਲ ਸਮੇਂ ਤੋਂ ਬਾਹਰ ਕੱਢ ਲਵੇਗਾ, ਨਿਰਭਉ ਕਰ ਦੇਵੇਗਾ, ਨਿਰਵੈਰ ਕਰ ਦੇਵੇਗਾ। ਤੇ ਜੇ ਵਾਹਿਗੁਰੂ ਦੀ ਪੂਜਾ ਅਧੂਰੀ ਰਹਿ ਜਾਵੇ ਫਿਰ ਸਿੱਖ ਤਾਂ ਹਾਂ ਹੀ ਨਾ, ਸਿੱਖ ਤਾਂ ਹਾਂ ਹੀ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ, ਭਾਈ ਜਿਹੜਾ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ
ਉਹਦੀ ਕੀਤੀ ਹੋਈ ਪੂਜਾ ਝੂਠੀ ਹੈ, ਚਾਰੇ ਖਾਣੀਆਂ ਵਿੱਚ ਝੂਠੀ ਹੈ। ਇੱਥੇ 4 ਵਾਰ ਝੂਠ ਸ਼ਬਦ ਆਇਆ ਤਾਂ ਪਹਿਲੀ ਪੰਕਤੀ ਵਿੱਚ ਸਤ ਸ਼ਬਦ ਸਾਧ ਸੰਗਤ 5 ਵਾਰ ਆਇਆ ਸੀ। ਉੱਥੇ ਇਹ ਅਰਥ ਲਾਉਣਾ ਹੈ ਕਿ ਚਾਰੇ ਯੁੱਗਾਂ ਵਿੱਚ ਸਤਿਗੁਰੂ ਸਤ ਸਰੂਪ ਹਨ। ਇੱਥੇ 4 ਵਾਰ ਝੂਠ ਸ਼ਬਦ ਆਇਆ, ਝੂਠ 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 ਆਨ ਸਭ ਸੇਵ। ਆਨ ਹੋਰ ਦੇਵੀ ਦੇਵਤਿਆਂ ਦੀ ਜਿਹੜੀ ਸੇਵਾ ਹੈ ਉਹ ਸਤਿਗੁਰੂ ਕਹਿੰਦੇ ਅੰਡਜ ਖਾਣੀ ਵਿੱਚ ਵੀ ਝੂਠੀ ਹੈ, ਜੇਰਜ ਖਾਣੀ ਵਿੱਚ ਵੀ ਝੂਠੀ ਹੈ, ਸੇਤਜ ਖਾਣੀ ਵਿੱਚ ਵੀ ਝੂਠੀ ਹੈ, ਉਤਭੁਜ ਖਾਣੀ ਵਿੱਚ ਵੀ ਝੂਠੀ ਹੈ। 4 ਖਾਣੀਆਂ ਮੰਨੀਆਂ ਜਾਂਦੀਆਂ ਨੇ ਨਾ। ਇਸ ਤਰ੍ਹਾਂ ਹੀ ਪਿਛਲੇ ਸਮੇਂ ਵਿੱਚ ਵੀ ਝੂਠੀ ਸੀ, ਹੁਣ ਵੀ ਝੂਠੀ ਹੈ। ਭਾਵੇਂ ਕੋਈ ਮਨੁੱਖ ਬਣ ਕੇ ਸੇਵਾ ਕਰਦਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਝੂਠੀ ਹੋਵੇਗੀ, ਕਿਉਂਕਿ ਉਸ ਦੇ ਤਾਂ ਹੀ ਕੁਝ ਪ੍ਰਾਪਤ ਨਹੀਂ ਹੁੰਦਾ। ਜੋ ਗੁਰ ਦੇਉ ਤਾ ਨਾਮ ਦ੍ਰਿੜਾਵੈ। ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਜਦੋਂ ਪੂਜਨੀਕ ਸਤਿਗੁਰੂ ਜੀ ਕਿਰਪਾ ਕਰ ਦੇਣ ਤਾਂ ਨਾਮ ਦ੍ਰਿੜ ਕਰਾ ਦਿੰਦੇ ਨੇ। ਆਪਣੇ ਗੁਰਸਿੱਖ ਦੇ ਤਾਈਂ ਨਾਮ ਦੀ ਮਹਿਮਾ ਜਨਾ ਦਿੰਦੇ ਨੇ, ਹਿਰਦੇ ਵਿੱਚ ਨਾਮ ਦਾ ਵਾਸਾ ਕਰਾ ਦਿੰਦੇ ਨੇ। ਮੇਰੇ ਹੀਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਲਾਥੇ, ਗੁਰ ਨਾਮ ਦਿਓ ਰਹਿਨ ਲਾਥਾ। ਇਹ ਮਹਿਮਾ ਪ੍ਰਾਪਤ ਹੁੰਦੀ ਹੈ ਜਦੋਂ ਸਤਿਗੁਰੂ ਜੀ ਕਿਰਪਾ ਕਰਕੇ ਨਾਮ ਦ੍ਰਿੜ ਕਰਾ ਦੇਣ। ਜਦੋਂ ਸਤਿਗੁਰੂ ਜੀ ਕਿਰਪਾ ਰਹਿਮਤ ਕਰ ਦੇਣ ਤਾਂ ਜਿਹੜਾ ਮਨ ਦਸੋਂ ਦਿਸ਼ਾ ਵਿੱਚ ਦੌੜਦਾ ਫਿਰਦਾ ਹੈ ਉਹ ਸਾਧ ਸੰਗ ਰੁਕ ਜਾਂਦਾ ਹੈ, ਟਿਕ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਜਿਹੜਾ ਮਨ 10 ਇੰਦਰੀਆਂ ਦੇ ਸਵਾਦਾਂ ਵਿੱਚ ਦੌੜਦਾ ਫਿਰਦਾ ਹੈ ਉਹ ਰੁਕ ਜਾਂਦਾ ਹੈ। ਜਿੱਥੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੇ ਮਨ ਨੂੰ ਪ੍ਰਬੁੱਧ ਨਾ ਕਰ, ਮਨ ਪ੍ਰਬੁੱਧ ਹੋ ਹਰਿ ਕੈ ਨਾਏ, ਦਹਿ ਤਿਸ ਧਾਵਤ ਆਵੈ ਠਾਏ। ਜਦੋਂ ਹਰੀ ਨਾਮ ਦੇ ਰਸ ਦਾ ਇਹ ਮਨ ਆਦੀ ਹੋ ਗਿਆ ਤਾਂ ਇਹਦੇ ਵਿਕਾਰਾਂ ਦੇ ਰਸ ਛੁੱਟ ਜਾਣਗੇ। ਮਹਾਂਪੁਰਖਾਂ ਦੇ ਤਾਈਂ ਕਿਸੇ ਨੇ ਆਖਿਆ ਜੀ ਸਾਡਾ ਮਨ ਨਹੀਂ ਟਿਕਦਾ। ਮਹਾਂਪੁਰਖ ਕਹਿੰਦੇ ਭਾਈ ਮਨ ਦਾ ਸੁਭਾਅ ਹੈ ਇਹ ਉੱਥੇ ਜਾਂਦਾ ਜਿੱਥੇ ਇਹਦੀ ਮਮਤਾ ਹੁੰਦੀ ਹੈ, ਜਿੱਥੇ ਇਹਨੇ ਆਪਣੇ ਰਹਿਣ ਦੀ ਥਾਂ ਬਣਾਈ ਹੁੰਦੀ ਹੈ। ਇਹਦੀ ਮਮਤਾ ਖਤਮ ਕਰ ਦਿਓ ਤਾਂ ਇਹ ਆਪੇ ਟਿਕ ਜਾਵੇਗਾ। ਜਿਹਨੇ ਹਰੀ ਨਾਮ ਦੇ ਮਨ ਵਿੱਚ ਵਾਸਾ ਕਰ ਲਿਆ ਹੈ ਸਾਧ ਸੰਗਤ, ਉਹਦਾ ਆਪੇ ਹੀ ਮਨ ਟਿਕ ਜਾਂਦਾ ਹੈ, ਮਨ ਪ੍ਰਬੋਧਿਆ ਜਾਂਦਾ ਹੈ। ਜਾਸ ਜਪਤ ਭੈ ਭਉ ਆਪਦਾ ਜਾਏ, ਧਾਵਤ ਮਨੁਆ ਆਵੈ ਠਾਏ। ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੂੰ ਜਪਣ ਕਰਕੇ ਜਮਾਂ ਦਾ ਭਉ ਚਲਿਆ ਜਾਂਦਾ ਹੈ, ਆਪਦਾ ਦੁੱਖ ਚਲੇ ਜਾਂਦੇ ਨੇ, ਔਰ ਜਿਹੜਾ ਦੌੜ ਰਿਹਾ ਮਨ ਹੈ ਉਹ ਆਪਣੇ ਅਸਲ ਸਰੂਪ ਵਿੱਚ ਆ ਕੇ ਟਿਕ ਜਾਂਦਾ ਹੈ। ਜਦੋਂ ਸਤਿਗੁਰੂ ਜੀ ਕਿਰਪਾ ਰਹਿਮਤ ਕਰ ਦਿੰਦੇ ਹਨ ਤਾਂ ਜਿਹੜਾ ਇਹ ਮਨੁੱਖ ਵੀ 10 ਦਿਸ਼ਾਂ 'ਚ ਦੌੜਦਾ ਫਿਰਦਾ ਨਾ, ਹੋਰ ਇਕੱਠਾ ਕਰ ਲਈਏ, ਹੋਰ ਲੈ ਲਈਏ, ਇਸ ਤਰ੍ਹਾਂ ਜੂਨਾਂ ਦੇ ਵਿੱਚ ਭਟਕਦਾ ਫਿਰਦਾ ਹੈ 10 ਦਿਸ਼ਾਂ ਦੇ ਵਿੱਚ, ਤਾਂ ਸਾਧ ਸੰਗਤ ਇਹ ਰੁਕ ਜਾਂਦਾ ਹੈ। ਭਾਵ ਇਹਨੂੰ ਜੂਨਾਂ ਵਿੱਚ ਵੀ ਨਹੀਂ ਭਟਕਣਾ ਪੈਂਦਾ। ਜਦੋਂ ਸਤਿਗੁਰੂ ਜੀ ਕਿਰਪਾ ਰਹਿਮਤ ਕਰ ਦਿੰਦੇ ਹਨ ਤਾਂ ਜਿਹੜਾ ਮਨ ਹੈ ਇਹ 5 ਵਿਕਾਰਾਂ ਤੋਂ ਦੂਰ ਹੋ ਜਾਂਦਾ ਹੈ। ਮਨ ਤੋਂ 5 ਵਿਕਾਰ ਦੂਰ ਹੋ ਜਾਂਦੇ ਨੇ। ਮਨ ਤੋਂ ਜਿਹੜੇ 5 ਵਾਸਨਾ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵੀ ਦੂਰ ਹੋ ਜਾਂਦੀ ਹੈ। ਜਦੋਂ ਸਤਿਗੁਰੂ ਜੀ ਕਿਰਪਾ ਰਹਿਮਤ ਕਰ ਦਿੰਦੇ ਹਨ
ਤਾਂ ਮਹਾਰਾਜ ਕਹਿੰਦੇ ਝੂਰਿਆਂ ਵਿੱਚ ਨਹੀਂ ਮਰਨਾ ਪੈਂਦਾ। ਇਹ ਨਹੀਂ ਵੀ ਬੰਦਾ ਕਿਸੇ ਕਿਸੇ ਗੱਲ ਤੇ ਝੂਰੀ ਜਾਂਦਾ ਹੈ, ਮਰੀ ਜਾਂਦਾ ਹੈ ਵਾਰ-ਵਾਰ। ਇਹੀ ਹੈ ਨਾ ਜਿੱਥੇ ਸਤਿਗੁਰੂ ਮਹਾਰਾਜ ਕਹਿੰਦੇ ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਕਹਿੰਦਾ ਮੈਨੂੰ ਇੰਨਾ ਘਾਟਾ ਪੈ ਗਿਆ, ਮੈਂ ਇੱਥੇ ਇੰਨਾ ਸਮਾਂ ਖਰਾਬ ਹੋਇਆ, ਮੈਨੂੰ ਹੁਣ ਇੰਨਾ ਦੁੱਖ ਮਿਲ ਰਿਹਾ ਹੈ। ਇਸ ਤਰ੍ਹਾਂ ਝੂਰਦਾ ਰਹਿੰਦਾ ਹੈ ਸਮੇਂ ਦੇ ਵਿੱਚ। ਪਰ ਮਹਾਰਾਜ ਕਹਿੰਦੇ ਜਦੋਂ ਪੂਜਨੀਕ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਤਾਂ ਭਾਈ ਝੂਰ ਝੂਰ ਕੇ ਬੰਦੇ ਨੂੰ ਮਰਨਾ ਨਹੀਂ ਪੈਂਦਾ, ਉਹਦੇ ਸਾਰੇ ਝੋਰੇ ਮਿਟ ਜਾਂਦੇ ਨੇ। ਇਸ ਲਈ ਮਹਾਰਾਜ ਨੇ ਬਚਨ ਕੀਤੇ ਨਾ, ਝਾਲ ਲਾ ਕੇ ਉੱਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਝੈ ਨਾ ਵਿਆਪੈ, ਮਿਟੈ ਸਗਲ ਉਪਾਦ। ਝੱਜਾ ਝੂਰਨ ਮਿਟੈ ਤੁਮਾਰੋ, ਰਾਮ ਨਾਮ ਸੰਗ ਕਰ ਵਿਵਹਾਰੋ। ਇਹ ਬੰਦਿਆ ਤੂੰ ਉਸ ਵਾਹਿਗੁਰੂ ਮਾਲਕ ਦੇ ਨਾਮ ਦੇ ਨਾਲ ਆਪਣੇ ਜੀਵਨ ਦਾ ਵਿਵਹਾਰ ਪਾ ਲੈ ਤਾਂ ਤੇਰਾ ਝੂਰਾ ਮਿਟ ਜਾਵੇਗਾ। ਤੈਨੂੰ ਕਿਸੇ ਗੱਲ ਕਰਕੇ ਕਦੇ ਪੁੱਤਰਾਂ ਵੱਲੋਂ, ਔਲਾਦ ਵੱਲੋਂ ਝੂਰਨਾ ਨਹੀਂ ਪਵੇਗਾ, ਕਦੇ ਸੰਸਾਰ ਵੱਲੋਂ, ਮਾਇਆ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਕਦੇ ਆਪਣੇ ਸਰੀਰ ਵੱਲੋਂ ਵੀ ਝੂਰਨਾ ਨਹੀਂ ਪਵੇਗਾ। ਸਾਰੇ ਝੋਰੇ ਮਿਟ ਜਾਣਗੇ। ਜੋ ਗੁਰ ਦਿਓ ਤਾ ਅੰਮ੍ਰਿਤ ਬਾਣੀ। ਜਦੋਂ ਪੂਜਨੀਕ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਤਾਂ ਬਾਣੀ ਅੰਮ੍ਰਿਤ ਦੀ ਤਰ੍ਹਾਂ ਮਿੱਠੀ ਹੋ ਜਾਂਦੀ ਹੈ। ਰਸਨਾ ਮਿੱਠਾ ਬੋਲਦੀ ਹੈ, ਸੱਚ ਬੋਲਦੀ ਹੈ, ਸੰਜਮ ਦੇ ਵਿੱਚ ਰਹਿੰਦੀ ਹੈ। ਤਾਂ ਜਿਹੜੀ ਬਾਣੀ ਹੈ ਨਾ, ਸਤਿਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਜਿਵੇਂ ਮੌਤ ਤੋਂ ਰਹਿਤ ਹੁੰਦਾ ਹੈ ਨਾ, ਉਸ ਤਰ੍ਹਾਂ ਬਾਣੀ ਬਣ ਜਾਂਦੀ ਹੈ ਕਿ ਉਹ ਜਿਹੜੇ ਬਚਨ ਕਰਦੇ ਨੇ ਉਹ ਸੱਤ ਹੋ ਜਾਂਦੇ ਨੇ, ਉਹਨਾਂ ਦੀ ਬਾਣੀ ਵੀ ਅੰਮ੍ਰਿਤ ਹੋ ਜਾਂਦੀ ਹੈ। ਜੋ ਗੁਰ ਦਿਓ ਤਾ ਅਕਥ ਕਹਾਣੀ। ਜਦੋਂ ਪੂਜਨੀਕ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਤਾਂ ਜੋ ਪਰਮਾਤਮਾ ਅਕਥ ਹੈ, ਕਥਨ ਤੋਂ ਰਹਿਤ, ਉਹਦੀ ਸਰੂਪ ਲੱਖਣਾ ਵਾਲੀ, ਤਸ਼ਟੀ ਲੱਖਣਾ ਵਾਲੀ ਕਥਾ ਕਹਿਣ ਵਾਲਾ ਹੋ ਜਾਂਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿੱਡੀ ਰਹਿਮਤ ਕੀਤੀ, ਕਿਰਪਾ ਕੀਤੀ ਸਾਧ ਸੰਗਤ। ਬਾਬਾ ਬੁੱਢਾ ਜੀ ਜਿਹੜੇ ਕਹਿੰਦੇ ਸੀ ਮਹਾਰਾਜ ਮੈਨੂੰ ਜਮਾਂ ਤੋਂ ਡਰ ਲੱਗਦਾ ਹੈ, ਸਤਿਗੁਰੂ ਕਹਿੰਦੇ ਫਿਰ ਸਤ ਸੰਗਤ ਦੀ ਆਸਰਾ ਲੈ ਲੈ, ਜਮ ਨਸ ਜਾਣਗੇ। ਔਰ ਮਹਾਰਾਜ ਨੇ ਆਪਣਾ ਮਹਾਨ ਸਿੱਖ ਬਣਾ ਲਿਆ। ਜਦੋਂ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਸਾਧ ਸੰਗਤ, ਉਦੋਂ ਜੀਵਨ ਦੀ ਵੀ ਅਕਥ ਕਹਾਣੀ ਹੋ ਜਾਂਦੀ ਹੈ, ਕਹਿਣ ਤੋਂ ਪਰੇ। ਜਦੋਂ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਮੂਰਖਾਂ ਨੂੰ ਚਤਰ ਬਣਾ ਦਿੰਦੇ ਹਨ। ਜਿਵੇਂ ਭਾਈ ਛੱਜੂ ਝਿਉਰ ਦੇ ਤਾਈਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪ ਮਿਹਰ ਰਹਿਮਤ ਕਰਕੇ ਵਿਦਵਾਨ ਬਣਾ ਦਿੱਤਾ। ਇੱਕ ਸਰੂਪ ਲੱਖਣਾ ਵਾਲੀ ਕਥਾ ਹੁੰਦੀ ਹੈ ਤੇ ਇੱਕ ਹੁੰਦੀ ਹੈ ਤਤਸ਼ਟੀ ਲੱਖਣਾ ਵਾਲੀ ਕਥਾ। ਉਹ ਮਹਾਂਪੁਰਖ ਇਸ ਦੀ ਵਿਚਾਰ ਕਰਨ ਵਾਲੇ ਹੋ ਜਾਂਦੇ ਹਨ। ਜੋ ਗੁਰ ਦਿਓ ਤਾ ਅੰਮ੍ਰਿਤ ਦੇਹ। ਜਦੋਂ ਪੂਜਨੀਕ ਸਤਿਗੁਰੂ ਦੀ ਕਿਰਪਾ ਕਰ ਦਿੰਦੇ ਨੇ ਤਾਂ ਅੰਮ੍ਰਿਤ ਦੀ ਘੁੱਟ ਪ੍ਰਾਪਤ ਹੋ ਜਾਂਦੀ। ਜਿਹੜਾ ਸਤਿਗੁਰਾਂ ਨੇ ਅੰਮ੍ਰਿਤ ਸਾਨੂੰ ਬਖਸ਼ਿਆ ਨਾ, ਇਹ ਪੂਰੇ ਗੁਰਾਂ ਨੇ ਕਿਰਪਾ ਹੀ ਕੀਤੀ ਹੈ ਨਾ। ਕਲਗੀਧਰ ਸਤਿਗੁਰੂ ਮਹਾਰਾਜ ਜੀ ਨੇ 1699 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਮਹਾਨ ਦੀਵਾਨ ਸਜਾ ਕਰਕੇ ਸਿੱਖਾਂ ਸੰਗਤਾਂ ਨੂੰ, ਜਿਹੜੇ ਬਹੁਤ ਸਮੇਂ ਤੋਂ ਅੰਮ੍ਰਿਤ ਦੇ ਪਿਆਸੇ ਸਨ, ਅਭਲਾਖੀ ਸਨ, ਉਹਨਾਂ ਦੇ ਤਾਈਂ ਅੰਮ੍ਰਿਤ ਦੀ ਦਾਤ ਬਖਸ਼ੀ। ਉਹਨਾਂ ਨੂੰ ਨਿਮਾਣਿਆਂ ਤੋਂ ਮਹਾਨ ਬਣਾ ਦਿੱਤਾ, ਚਿੜੀਆਂ ਨੂੰ ਬਾਜਾਂ ਨਾਲ ਲੜਾਉਣ ਵਾਸਤੇ ਸਮਰੱਥ ਕਰ ਦਿੱਤਾ। ਐਸੀ ਸ਼ਕਤੀ ਭਰ ਦਿੱਤੀ, 1.25 ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਜਿਹੜੀ ਇਹ ਭਾਰਤ ਵਸ ਦੀ ਪਰਜਾ ਨਿਤਾਣੀ ਨਿਮਾਣੀ ਹੋ ਰਹੀ ਸੀ ਸਾਧ ਸੰਗਤ, ਆਤਮਿਕ ਸ਼ਕਤੀ ਭਰ ਦਿੱਤੀ ਸਤਿਗੁਰਾਂ ਨੇ। ਇੱਕ ਇੱਕ ਸਿੰਘ ਲੱਖਾਂ ਲੱਖਾਂ ਦੇ ਨਾਲ ਲੜਨ ਵਾਸਤੇ ਕਾਇਮ ਕਰ ਦਿੱਤੇ। ਪਰ ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਨਾ,
ਉਦੋਂ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਮਨੁੱਖ ਬੜੇ ਯਤਨ ਕਰਦਾ ਰਹਿੰਦਾ ਹੈ, ਕੋਈ ਨਾ ਕੋਈ ਬਹਾਨਾ, ਕੋਈ ਨਾ ਕੋਈ ਰੁਕਾਵਟ ਬਣੀ ਰਹਿੰਦੀ ਹੈ। ਜੋ ਗੁਰਦੇਵ ਤਾਂ ਅੰਮ੍ਰਿਤ ਦੇਹ, ਜਦੋਂ ਪੂਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਤਾਂ ਜਨਮ ਮਰਨ ਦਾ ਗੇੜਾ ਹੀ ਮੁੱਕ ਜਾਂਦਾ ਹੈ। ਅਖੰਡ ਚੇਤਨ ਦੇਹ ਪ੍ਰਾਪਤ ਹੋ ਜਾਂਦੀ ਹੈ। ਉਹ ਸਰੀਰ ਜਿਹੜਾ ਦੁਬਾਰਾ ਨਾਸ ਨਹੀਂ ਹੁੰਦਾ, ਉਹ ਪ੍ਰਾਪਤ ਹੋ ਜਾਂਦਾ ਹੈ। ਜਦੋਂ ਪੂਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਤਾਂ ਗੁਰਮੁਖ ਬਣ ਕਰਕੇ ਗੁਰਸਿੱਖ ਨਾਮ ਜਪ ਲੈਂਦੇ ਹਨ। ਜਦੋਂ ਪੂਰੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਤਿੰਨਾਂ ਭਵਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ। ਮਾਤ ਲੋਕ, ਸਵਰਗ ਲੋਕ, ਪਾਤਾਲ ਲੋਕ, ਇਹਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ। ਤਿੰਨ ਭਵਨ, ਜਾਗਰਤ ਅਵਸਥਾ, ਸੁਪਨ ਅਵਸਥਾ ਤੇ ਇੱਕ ਜਿਹੜੀ ਕਾਰਨ ਸਰੀਰ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਇਹ ਤਿੰਨੇ ਹੀ ਸਰੀਰਾਂ ਦੀ ਅਵਸਥਾ ਜਿਹੜੀ ਬਣੀ ਹੋਈ ਹੈ, ਇਹਦਾ ਵੀ ਸਤਿਗੁਰੂ ਮਹਾਰਾਜ ਕਹਿੰਦੇ ਸਖੋਪਤ ਅਵਸਥਾ ਦਾ ਵੀ ਉਹ ਜਾਣੂ ਹੋ ਜਾਂਦਾ ਹੈ, ਗਿਆਤਾ ਬਣ ਜਾਂਦਾ ਹੈ। ਜਦੋਂ ਪੂਰਨ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਸਭ ਤੋਂ ਉੱਚੀ ਪਦਵੀ ਕਿਹੜੀ ਹੈ? ਤੁਰਿਆ ਅਵਸਥਾ। ਤਿੰਨਾਂ ਗੁਣਾਂ ਤੋਂ ਅਤੀਤ ਹੋਣਾ, ਉਸ ਪਦ ਦੇ ਤਾਈਂ ਬੁੱਝ ਲੈਂਦਾ ਹੈ, ਆਪਣੇ ਸਰੂਪ ਤਾਈਂ ਬੁੱਝ ਲੈਂਦਾ ਹੈ। ਜਦੋਂ ਪੂਜਨੀਕ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਭਗਤ ਜੀ ਕਹਿੰਦੇ ਭਾਈ ਜਿਹੜਾ ਸਿਰ ਹੈ ਨਾ, ਆਕਾਸ਼ ਤੱਕ ਉੱਚਾ ਹੋ ਜਾਂਦਾ। ਇਹਦਾ ਭਾਵ ਹੈ ਕਿ ਸਾਰੀ ਦੁਨੀਆ ਵਿੱਚ ਉਹਦਾ ਜਸ ਫਿਰ ਜਾਂਦਾ ਹੈ। ਸੀਸ ਆਕਾਸ਼, ਸੀਸ ਜਿਹੜਾ ਸਾਧ ਸੰਗਤ ਆਕਾਸ਼ ਮੰਨਿਆ ਹੈ ਨਾ, ਵਿਰਾਟ ਸਰੂਪ ਦਾ ਸੀਸ ਹੈ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਜਦੋਂ ਅਰਜਨ ਨੂੰ ਦਰਸ਼ਨ ਦਿੱਤੇ ਵਿਰਾਟ ਸਰੂਪ ਦੇ ਵਿੱਚ, ਤਾਂ ਅਰਜਨ ਕਹਿਣ ਲੱਗਿਆ ਮਹਾਰਾਜ ਮੈਨੂੰ ਪਹਿਲਾਂ ਵਾਲਾ ਹੀ ਰੂਪ ਦਿਖਾਓ, ਇਹ ਮੇਰੇ ਕੋਲੋਂ ਝੱਲਿਆ ਨਹੀਂ ਜਾਂਦਾ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਵਿਰਾਟ ਸਰੂਪ ਹੈ ਉਹਦੇ ਦਰਸ਼ਨ ਹੋ ਜਾਂਦੇ। ਇਸ ਤਰ੍ਹਾਂ ਹੀ ਸੀਸ ਆਕਾਸ਼, ਜੋ ਸੀਸ ਸ਼੍ਰੋਮਣੀ ਹੈ ਤੇ ਆਕਾਸ਼ ਚਿਦਾ ਆਕਾਸ਼ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਪੂਜਨੀਕ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਤਾਂ ਸਦਾ ਵਾਸਤੇ ਸ਼ਾਬਾਸ਼ ਉਤਸ਼ਾਹ ਮਿਲ ਜਾਂਦਾ ਹੈ। ਸਦਾ ਵਾਸਤੇ ਉਸ ਦਾ ਜਸ ਬਣ ਜਾਂਦਾ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ, ਉਸ ਨੂੰ ਸਾਰਿਆਂ ਤੋਂ ਹੀ ਸਤਿਕਾਰ ਪ੍ਰਾਪਤ ਹੁੰਦਾ ਹੈ। ਜਦੋਂ ਪੂਜਨੀਕ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਤਾਂ ਭਗਤ ਜੀ ਕਹਿੰਦੇ ਭਾਈ ਉਹ ਫਿਰ ਸਦਾ ਬੈਰਾਗੀ ਹੋ ਜਾਂਦੇ। ਉਹ ਸ਼ਬਦ ਨਾਲ ਜੁੜ ਕਰਕੇ ਸੰਸਾਰ ਵੱਲੋਂ ਅਤੀਤ ਹੋ ਜਾਂਦੇ ਹਨ। ਜਿਵੇਂ ਪਾਣੀ ਦੇ ਵਿੱਚ ਕਮਲ ਰਹਿੰਦਾ ਹੈ, ਇਸ ਤਰ੍ਹਾਂ ਉਹ ਆਪਣੇ ਗ੍ਰਸਥ ਧਰਮ ਦੇ ਵਿੱਚ ਰਹਿੰਦਿਆਂ ਸਦਾ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਹਨ। ਅਸੰਖ ਬੈਰਾਗੀ ਕਹੇ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ। ਮਹਾਰਾਜ ਕਹਿੰਦੇ ਅਸੰਖ ਬੈਰਾਗੀ ਨੇ, ਕਈ ਤਰ੍ਹਾਂ ਦੇ ਵਿਰਾਗ ਮੰਨੇ ਜਾਂਦੇ ਨੇ। 9 ਤਰ੍ਹਾਂ ਦਾ ਵਿਦਵਾਨਾਂ ਨੇ ਵਿਰਾਗ ਮੰਨਿਆ, ਪਰ ਅਸਲ ਵਿਰਾਗੀ ਕੌਣ ਹੈ? ਜੋ ਪਰਮਾਤਮਾ ਨੂੰ ਭਾਉਂਦਾ। ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ। ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਹੈ, ਸਦਾ ਪਰਮਾਤਮਾ ਦੇ ਭੈ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਸਤਿਗੁਰਾਂ ਦੇ ਦੱਸੇ ਹੁਕਮ ਨੂੰ ਕਮਾਉਂਦਾ, ਉਹ ਵੈਰਾਗੀ ਹੈ। ਸਾਧ ਸੰਗਤ ਮਹਾਰਾਜ ਕਹਿੰਦੇ ਜਦੋਂ ਪੂਰੇ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਜੀਵ ਸਦਾ ਵਾਸਤੇ ਵੈਰਾਗੀ ਬਣ ਜਾਂਦਾ ਹੈ। ਜਦੋਂ ਪੂਜਨੀਕ ਸਤਿਗੁਰਾਂ ਦੀ ਕਿਰਪਾ ਹੋ ਗਈ ਤਾਂ ਜਿਹੜੀ ਪਰਾਈ ਨਿੰਦਿਆ ਕਰਨੀ ਸੀ ਉਹ ਤਿਆਗ ਦਿੱਤੀ, ਆਪੇ ਹੀ ਛੁੱਟ ਜਾਣਾ ਕੀਤੀ।
ਜਦੋਂ ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਤਾਂ ਬੁਰਾ ਤੇ ਭਲਾ ਇੱਕ ਹੋ ਗਏ। ਭਾਵ ਕਿ ਸਾਧ ਸੰਗਤ ਜਿਹੜਾ ਕਿਸੇ ਦਾ ਬੁਰਾ ਕਰਨਾ ਸੀ ਇਹ ਵੀ ਮਨ ਦੇ ਵਿੱਚੋਂ ਮਿਟ ਜਾਣਾ ਕੀਤਾ, ਤੇ ਜਿਹੜਾ ਭਲਾ ਕਰਨਾ ਸੀ, ਭਲਾ ਕਰਕੇ ਆਪਣੀ ਵਡਿਆਈ ਕਰਾਉਣੀ ਸੀ, ਉਹ ਵੀ ਮਨ ਵਿੱਚੋਂ ਮਿਟ ਗਈ। ਮਨ ਦਾ ਸੁਭਾਅ ਏਕਤਾ ਵਾਲਾ ਹੋ ਜਾਂਦਾ ਹੈ, ਮਨ ਸਹਿਜੇ ਹੀ ਫਿਰ ਭਲਾਈ ਕਰਦਾ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਪੂਜਨਿਕ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ ਤਾਂ ਜੀਵ ਬੁਰੇ ਵਿੱਚੋਂ ਜਿਹੜੀ ਬੁਰਿਆਈ ਹੈ ਜਾਂ ਜਿਵੇਂ ਨਿੰਦਿਆ ਹੁੰਦੀ ਹੈ ਤਾਂ ਜੀਵ ਝੂਰਦਾ ਹੈ, ਜਦੋਂ ਵਡਿਆਈ ਹੋ ਜਾਵੇ ਤਾਂ ਖੁਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਜਦੋਂ ਕੋਈ ਭਲਾ ਕਰ ਦਿੰਦਾ ਤੇ ਖੁਸ਼ ਹੋਣਾ, ਤੇ ਜਦੋਂ ਕਿਸੇ ਨੇ ਬੁਰਾ ਕਰ ਦਿੱਤਾ ਨਾਰਾਜ਼ ਹੋਣਾ, ਇਹ ਮਿਟ ਗਿਆ। ਭਾਵ ਇੱਕ ਏਕਤਾ ਵਾਲੀ ਅਵਸਥਾ ਬਣ ਗਈ। ਜਦੋਂ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਤਾਂ ਲਿਲਾਟਹੇ ਜਿਹੜਾ ਮਸਤਕ ਦਾ ਲੇਖਾ ਬਦਲ ਗਿਆ। ਦੇਖੋ ਸਾਧ ਸੰਗਤ, ਜਦੋਂ ਪੂਜਨਿਕ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਤਾਂ ਆਪਣੇ ਗੁਰਸਿੱਖਾਂ ਦੇ ਜੀਵਨ ਦੇ ਜਨਮ ਮਰਨ ਦੇ ਸਾਰੇ ਲੇਖਾਂ ਦਾ ਨਿਬੇੜਾ ਕਰ ਦਿੰਦੇ ਨੇ। ਲਾਹੌਰ ਦੇ ਵਿੱਚ ਕਿਲੇ ਦੇ ਨਾਲ ਇੱਕ ਵਪਾਰੀ ਦਾ ਘਰ ਸੀ ਸਾਧ ਸੰਗਤ। ਉਹ ਵਪਾਰੀ ਕਿਸੇ ਟਾਪੂ ਦੇ ਵਿੱਚ ਵਪਾਰ ਕਰਨ ਵਾਸਤੇ ਗਿਆ, ਤੇ ਉਹਨਾਂ ਸਮਿਆਂ ਵਿੱਚ ਬੇੜਿਆਂ ਤੇ ਵਪਾਰ ਹੁੰਦਾ ਸੀ, ਕਈ ਮਹੀਨੇ ਲੱਗ ਜਾਂਦੇ ਸਨ। ਇੱਕ ਦਿਨ ਇਸ ਵਪਾਰੀ ਦੀ ਇਸਤਰੀ ਇਹ ਆਪਣੇ ਕੇਸੀ ਇਸ਼ਨਾਨ ਕਰਕੇ ਆਪਣੇ ਘਰ ਦੀ ਛੱਤ ਤੇ ਕੇਸ ਹਰੇ ਕਰ ਰਹੀ ਸੀ। ਇਹਦਾ ਸੁੰਦਰ ਸਰੂਪ ਦੇਖ ਕਰਕੇ ਜਿਹੜਾ ਕਿਲੇ ਦੇ ਵਿੱਚ ਨਵਾਬ ਸੀ ਉਹਦਾ ਮਨ ਬਦਲ ਗਿਆ। ਉਹਨੇ ਆਪਣੇ ਕਾਜੀ ਮਲਾਣਿਆਂ ਨੂੰ ਆਖਿਆ ਕਿ ਇਸ ਇਸਤਰੀ ਨੂੰ ਮੈਂ ਆਪਣੀ ਬੇਗਮ ਬਣਾਉਣਾ ਹੈ, ਤੇ ਤੁਸੀਂ ਇਉਂ ਕਰੋ, ਇਹਦੇ ਜੰਤਰ ਮੰਤਰ ਕਰਨਾ ਕਰੋ, ਇਹ ਮੇਰੇ ਵੱਸ ਵਿੱਚ ਆ ਜੇ ਤੇ ਮੈਂ ਇਹਨੂੰ ਆਪਣੀ ਬੇਗਮ ਬਣਾ ਲਾਂ। ਉਸ ਸਮੇਂ ਸਾਧ ਸੰਗਤ ਇਹਨਾਂ ਕਾਜੀ ਮਲਾਣਿਆਂ ਨੇ ਜੰਤਰ ਮੰਤਰ ਲਿਖ ਕਰਕੇ ਇਸ ਇਸਤਰੀ ਦੇ ਘਰ ਦੇ ਵਿੱਚ ਪਲੰਘੇ ਦੇ ਹੇਠਾਂ ਰਖਾ ਦਿੱਤੇ, ਕਿਸੇ ਨੂੰ ਲਾਲਚ ਦੇ ਕਰਕੇ, ਨੌਕਰ ਨੂੰ। ਤੇ ਉਸ ਸਮੇਂ ਜਿਹੜੀ ਇਹ ਇਸਤਰੀ ਸੀ ਨਾ, ਉਹਨਾਂ ਜੰਤਰਾਂ ਮੰਤਰਾਂ ਦੇ ਅਸਰ ਦੇ ਕਰਕੇ ਉਸ ਨਵਾਬ ਵੱਲ ਪ੍ਰੇਰੀ ਗਈ, ਤੇ ਮਨ ਦੇ ਵਿੱਚ ਉਸ ਨੂੰ ਮਿਲਣ ਦੀ ਇੱਛਾ ਪੈਦਾ ਕਰਕੇ ਚੱਲ ਪਈ ਘਰੋਂ ਕਿ ਮੇਰਾ ਪਤੀ ਤਾਂ ਘਰੇ ਹੈ ਨਹੀਂ, ਤੇ ਮੈਨੂੰ ਫਿਰ ਇਸ ਤਰ੍ਹਾਂ ਮਨ ਦੇ ਵਿੱਚ ਇਸ ਨੇ ਸਾਧ ਸੰਗਤ ਕਈ ਵਿਚਾਰਾਂ ਕੀਤੀਆਂ, ਤੇ ਉਸ ਨਵਾਬ ਨੂੰ ਮਿਲਣ ਵਾਸਤੇ ਘਰੋਂ ਤੁਰ ਪਈ। ਪਰ ਇਸ ਕਿਲੇ ਦੇ ਨਾਲ ਹੀ ਰਸਤੇ ਦੇ ਵਿੱਚ ਇੱਕ ਮਹਾਂਪੁਰਖ ਰਿਹਾ ਕਰਤੇ, ਜਿਨ੍ਹਾਂ ਦਾ ਨਾਮ ਸੀ ਬਸਤੀ ਰਾਮ। ਇਹਨਾਂ ਮਹਾਂਪੁਰਖਾਂ ਦਾ ਵਪਾਰੀ ਦੇ ਨਾਲ ਬਹੁਤ ਪ੍ਰੇਮ ਸੀ। ਜਦੋਂ ਇਹ ਇਸਤਰੀ ਲੰਘੀ ਜਾ ਰਹੀ ਸੀ, ਇਸ ਨੇ ਸੋਚਿਆ ਵੀ ਮਹਾਂਪੁਰਖ ਬੈਠੇ ਨੇ, ਨਮਸਕਾਰ ਹੀ ਕਰ ਜਾ ਜਾਂਦੀ ਜਾਂਦੀ। ਮਹਾਂਪੁਰਖਾਂ ਕੋਲ ਆ ਕਰਕੇ ਮੱਥਾ ਟੇਕਿਆ, ਤੇ ਜਦੋਂ ਮਹਾਂਪੁਰਖਾਂ ਨੇ ਇਹਦੇ ਮਸਤਕ ਵੱਲ ਦੇਖਿਆ ਵੀ ਇਹ ਤਾਂ ਆਪਣੇ ਪਤੀਵ੍ਰਤ ਧਰਮ ਨੂੰ ਖਤਮ ਕਰਨ ਵਾਸਤੇ ਚੱਲੀ ਹੈ, ਇਹ ਮੁਸਲਮਾਨੀ ਬਣ ਜਾਵੇਗੀ, ਇਹਦੇ ਕਰਮ ਵਿੱਚ ਲਿਖਿਆ ਹੋਇਆ ਹੈ। ਤਾਂ ਮਹਾਂਪੁਰਖਾਂ ਨੇ ਉਹਦੇ ਤੇ ਤਰੁੱਠ ਕਰਕੇ ਸਾਧ ਸੰਗਤ ਆਪਣੇ ਧੂਏ ਦੇ ਵਿੱਚੋਂ ਇੱਕ ਚੂੰਡੀ ਲੈ ਕਰਕੇ ਉਹਦੇ ਮੱਥੇ ਤੇ ਮਲ ਦਿੱਤੀ। ਜਦੋਂ ਮੱਥੇ ਤੇ ਮਲੀ ਨਾ, ਤੇ ਉਹਦਾ ਜਿਹੜਾ ਉਹ ਕਰਮ ਸੀ ਖਤਮ ਹੋ ਗਿਆ। ਉਹਦਾ ਮਨ ਸੁਚੇਤ ਹੋ ਗਿਆ, ਉਹਨੂੰ ਪਤਾ ਲੱਗ ਗਿਆ ਵੀ ਮੈਂ ਮਾੜੇ ਰਸਤੇ ਤੁਰ ਪਈ ਸੀ, ਮੈਂ ਆਪਣਾ ਧਰਮ ਨਾਸ਼ ਕਰਨ ਵਾਸਤੇ ਚੱਲ ਪਈ ਸੀ, ਮੈਂ ਤਾਂ ਮੁਸਲਮਾਨੀ ਬਣ ਜਾਣਾ ਸੀ। ਤਾਂ ਉਸ ਸਮੇਂ ਡਰ ਗਈ। ਫਿਰ ਮਹਾਂਪੁਰਖਾਂ ਨੂੰ ਕਹਿਣ ਲੱਗੀ, ਮਹਾਂਪੁਰਖੋ ਮੇਰੀ ਰੱਖਿਆ ਕਰੋ,
ਮਹਾਂਪੁਰਖ ਕਹਿੰਦੇ ਭਾਈ ਮੂਲ ਮੰਤਰ ਦਾ ਪਾਠ ਕਰਿਆ ਕਰ। ਤਾਂ ਇਹ ਸਾਧ ਸੰਗਤ ਫਿਰ ਮੂਲ ਮੰਤਰ ਦਾ ਪਾਠ ਕਰਿਆ ਕਰੇ। ਕਾਜੀ ਮਲਾਣਿਆਂ ਨੇ ਆਪਣੇ ਹੋਰ ਜੰਤਰ ਮੰਤਰ ਬਹੁਤ ਅਸਰ ਪਾਉਣਾ ਚਾਹਿਆ, ਪਰ ਇਸ ਮੂਲ ਮੰਤਰ ਦੇ ਪਾਠ ਕਰਨ ਕਰਕੇ ਉਹਦੀ ਰੱਖਿਆ ਹੁੰਦੀ ਰਹੀ ਤੇ ਉਹ ਜਿਹੜੇ ਜੰਤਰ ਮੰਤਰ ਸਨ ਉਲਟੇ ਉਹਨਾਂ ਤੇ ਹੀ ਪੈ ਗਏ, ਉਹਨਾਂ ਨੂੰ ਅੱਗ ਲੱਗ ਗਈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਪ੍ਰਭੂ ਦੇ ਪਿਆਰੇ ਵੀ ਕਿਰਪਾ ਕਰ ਦੇਣ ਤਾਂ ਜਿਹੜੇ ਮਸਤਕ ਦੇ ਲੇਖੇ ਹੁੰਦੇ ਮਿਟ ਜਾਂਦੇ। ਜਿਵੇਂ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਸਲਾਰਦੀਨ ਕਾਜੀ ਦਾ ਸ਼ੰਕਾ ਦੂਰ ਕੀਤਾ ਸੀ ਕਿ ਅਸੀਂ ਆਪਣੇ ਗੁਰਸਿੱਖਾਂ ਦੇ ਜਿਹੜੇ ਪੁੱਠੇ ਲੇਖ ਹਨ ਉਹਨਾਂ ਨੂੰ ਸਿੱਧੇ ਕਰ ਦਿੰਦੇ ਹਾਂ। ਸਿੱਧੇ ਤੋਂ ਭਾਵ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ, ਉਹ ਸੁਚੇਤ ਹੋ ਜਾਂਦੇ, ਉਹ ਗੁਰੂ ਦੀ ਆਗਿਆ ਜੀਵਨ ਜਿਉਣ ਲੱਗ ਜਾਂਦੇ ਨੇ। ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਨੇ ਜੀਵਨ 'ਚ, ਪਰ ਉਹਨਾਂ ਦੁੱਖਾਂ ਸੁੱਖਾਂ ਨੂੰ ਦੇਖ ਕੇ ਉਹ ਘਬਰਾਉਂਦੇ ਨਹੀਂ, ਉਹਨਾਂ ਨੂੰ ਆਪਣੇ ਸਰੀਰ 'ਤੇ ਹੰਢਾ ਕਰਕੇ ਤੇ ਉਹ ਭੋਗ ਲੈਣਾ ਕਰਦੇ ਹਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜੋ ਗੁਰਦੇਵ ਲਿਲਾਟਹਿ ਲੇਖ, ਜਦੋਂ ਪੂਜਨਿਕ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਤਾਂ ਮਸਤਕ ਮੱਥੇ ਦੇ ਜਿਹੜੇ ਲੇਖ ਹਨ ਉਹ ਵੀ ਸਾਧ ਸੰਗਤ ਸ਼੍ਰੋਮਣੀ ਹੋ ਜਾਂਦੇ। ਮੱਥਾ ਨਾਮ ਹੈ ਅੰਤਸ਼ਕਰਨ ਦਾ। ਅੰਤਸ਼ਕਰਨ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਲੇਖਾ ਉੱਕਰ ਆਉਂਦਾ ਹੈ। ਜਦੋਂ ਪੂਜਨੀਕ ਸਤਿਗੁਰੂ ਜੀ ਕਿਰਪਾ ਰਹਿਮਤ ਕਰ ਦਿੰਦੇ ਨੇ, ਕੰਧ ਨਾਮ ਹੈ ਸਰੀਰਾਂ ਦਾ। ਸਰੀਰਾਂ ਵਿੱਚ ਪੈ ਕੇ, ਜੂਨਾਂ ਦੇ ਵਿੱਚ ਪੈ ਕੇ ਨਾਸ ਨਹੀਂ ਹੋਣਾ ਪੈਂਦਾ, ਫਿਰ ਅਖੰਡ ਦੇ ਪ੍ਰਾਪਤ ਹੋ ਜਾਂਦੀ ਹੈ। ਭਾਵ ਕਿ ਜਿਹੜਾ ਜੂਨਾਂ ਵਿੱਚ ਪੈ ਕੇ ਜੀਵ ਨਾਸ ਹੁੰਦਾ ਹੈ ਨਾ, ਜਾਂ ਸਰੀਰ ਹਨ ਸਥੂਲ ਸਰੀਰ, ਕਾਰਨ ਸਰੀਰ, ਸੂਖਮ ਸਰੀਰ, ਇਹਨਾਂ ਵਿੱਚ ਨਹੀਂ ਪੈਣਾ ਪੈਂਦਾ ਜਦੋਂ ਸਤਿਗੁਰੂ ਜੀ ਕਿਰਪਾ ਕਰ ਦੇਣ। ਭਗਤ ਜੀ ਕਹਿੰਦੇ ਭਾਈ ਜਦੋਂ ਸਾਡੇ ਤੇ ਸਾਡੇ ਪੂਜਨਿਕ ਸਤਿਗੁਰਾਂ ਨੇ ਕਿਰਪਾ ਕੀਤੀ ਤਾਂ ਮੰਦਰ ਦਾ ਮੂੰਹ ਘੁਮਾ ਦਿੱਤਾ। ਜਿਹੜਾ ਹਜੂਰ ਸਾਹਿਬ ਤੋਂ ਅੱਗੇ ਸਾਧ ਸੰਗਤ ਇੱਕ ਮੰਦਰ ਹੈ ਔਡਾ ਨਾਮੇ ਸ਼ਹਿਰ ਦੇ ਵਿੱਚ, ਸ਼ਿਵ ਜੀ ਦਾ ਮੰਦਰ ਹੈ, ਨਾਗ ਮੰਦਰ। ਪਿਛਲੇ ਦਿਨੀ ਇਹਦੀ ਸਾਖੀ ਆਈ ਹੈ ਕਿ ਭਗਤ ਨਾਮਦੇਵ ਜੀ ਨੂੰ ਬੰਦਗੀ ਕਰਦਿਆਂ ਪਾਂਡਿਆਂ ਨੇ ਨੀਵੀਂ ਜਾਤ ਵਾਲਾ ਜਾਣ ਕਰਕੇ ਮੰਦਰ ਵਿੱਚੋਂ ਕੱਢ ਦਿੱਤਾ ਸੀ। ਪਰ ਉਸ ਸਮੇਂ ਭਗਤ ਜੀ ਨੇ ਵਾਹਿਗੁਰੂ ਅੱਗੇ ਬੇਨਤੀ ਕੀਤੀ, ਹੇ ਪ੍ਰਭੂ ਮੇਰਾ ਕੋਈ ਨਹੀਂ ਹੈ, ਮੇਰਾ ਇੱਕ ਤੂੰ ਹੀ ਹੈ। ਤਾਂ ਉਸ ਸਮੇਂ ਵਾਹਿਗੁਰੂ ਪਰਮਾਤਮਾ ਨੇ ਉਸ ਮੰਦਰ ਦਾ ਮੂੰਹ ਘੁਮਾ ਦਿੱਤਾ। ਮੂੰਹ ਘੁਮਾਉਂਦਿਆਂ ਜਿਹੜੀ ਉੱਪਰਲੀ ਛੱਤ ਸੀ ਨਾ ਉਹ ਹੇਠਾਂ ਬੈਠ ਗਈ। ਹੁਣ ਜੇ ਉੱਥੇ ਜਾ ਕੇ ਦਰਸ਼ਨ ਵੀ ਕਰੋ ਸਾਧ ਸੰਗਤ ਤਾਂ ਉਹ ਮੰਦਰ ਦਾ ਜਿਹੜਾ ਇੱਕ ਛੱਤ ਹੈ ਉਹ ਹੇਠਾਂ ਦਬੀ ਹੋਈ ਹੈ ਤੇ ਬਾਕੀ ਉੱਪਰਲੀਆਂ ਛੱਤਾਂ ਹਨ। ਤਾਂ ਇਸ ਤਰ੍ਹਾਂ ਹੀ ਉਸ ਮੰਦਰ ਦੇ ਵਿੱਚ ਕੋਈ ਨੀਂਹ ਨਹੀਂ ਹੈ। ਜਿਵੇਂ ਕਿਸੇ ਚੀਜ਼ ਨੂੰ ਉੱਪਰੋਂ ਘੁਮਾ ਦਈਏ ਇਸ ਤਰ੍ਹਾਂ ਉਹ ਘੁੰਮਿਆ ਹੋਇਆ ਨਜ਼ਰ ਆਉਂਦਾ ਹੈ ਤੇ ਬਾਕੀ ਉਹਦਾ ਜਿਹੜਾ ਮੂੰਹ ਹੈ ਉਹ ਪੱਛਮ ਵਾਲੇ ਪਾਸੇ ਹੈ, ਕਿਉਂਕਿ ਹਿੰਦੂ ਮਤ ਦੇ ਵਿੱਚ ਜਿਹੜੇ ਮੰਦਰ ਨੇ ਉਹਨਾਂ ਦਾ ਮੂੰਹ ਪੂਰਬ ਵਾਲੇ ਪਾਸੇ ਕੀਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਭਗਤ ਜੀ ਕਹਿੰਦੇ ਭਾਈ ਜਦੋਂ ਗੁਰੂ ਪਰਮਾਤਮਾ ਦੇ ਸਰੂਪ ਸਤਿਗੁਰਾਂ ਨੇ ਕਿਰਪਾ ਕੀਤੀ ਤਾਂ ਮੰਦਰ ਦਾ ਵੀ ਮੂੰਹ ਘੁੰਮ ਗਿਆ। ਜਦੋਂ ਪੂਜਨੀਕ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਤਾਂ ਛਪਰੀ ਬਣਾ ਦਿੱਤੀ ਸਾਡੇ ਵਾਸਤੇ। ਭਗਤ ਨਾਮਦੇਵ ਜੀ ਦੀ ਛਪਰੀ ਸਾਧ ਸੰਗਤ ਯਾਤਰਾ ਕਰਨ ਵਾਸਤੇ ਗਏ ਸਨ ਤਾਂ ਪਿੱਛੋਂ ਜਲ ਜਾਣਾ ਕੀਤੀ ਅੱਗ ਲੱਗ ਕਰਕੇ। ਤਾਂ ਉਸ ਸਮੇਂ ਭਗਤ ਨਾਮਦੇਵ ਜੀ ਨੂੰ ਜਦੋਂ ਪਤਾ ਲੱਗਿਆ ਤੇ ਉਸ ਸਮੇਂ ਸਾਧ ਸੰਗਤ ਇਹਨਾਂ ਦੇ ਸੇਵਕਾਂ ਨੇ ਰਲ ਕੇ ਕਿਹਾ ਕਿ ਮਹਾਰਾਜ ਆਪਾਂ ਕਿਸੇ ਕਾਰੀਗਰ ਨੂੰ ਸੱਦ ਲਿਆਈਏ। ਪਰ ਭਗਤ ਜੀ ਜਾ ਕਰਕੇ ਨਾਮ ਜਪਣ ਲੱਗ ਪਏ ਤੇ ਵਾਹਿਗੁਰੂ ਪਰਮੇਸ਼ਰ ਨੇ ਆਪ ਕਾਰੀਗਰ ਰੂਪ ਹੋ ਕਰਕੇ ਭਗਤ ਜੀ ਦਾ ਛੱਪਰ ਬੰਨ੍ਹਿਆ।
ਤੇ ਭਗਤ ਜੀ ਨੇ ਇਹ ਸ਼ਬਦ ਵੀ ਉਚਾਰਨ ਕੀਤਾ ਹੈ, ਪਾੜ ਪੜੋਸਣ ਪੂਛ ਲੈ ਨਾਮਾ, ਕਾ ਪਹਿਚਾਨ ਸਵਾਈ ਹੋ, ਤੋ ਪਹਿ ਦੁਗਣੀ ਮਜੂਰੀ ਦੇਹੋ, ਮੋਕੋ ਬੇਢੀ ਦੇਹੋ ਬਤਾਈ ਹੋ। ਇੱਕ ਪੜੋਸਣ ਆ ਕੇ, ਗਵਾਂਢਣ ਆ ਕੇ ਭਗਤ ਜੀ ਨੂੰ ਕਹਿਣ ਲੱਗੀ, ਭਗਤ ਨਾਮਦੇਵ ਆ ਤੂੰ ਛੱਪਰੀ ਕਿਹਦੇ ਤੋਂ ਬਣਾਉਣੀ ਕੀਤੀ ਹੈ? ਮੈਂ ਵੀ ਇਹੋ ਜਿਹੀ ਛੱਪਰੀ ਬਣਾਉਣੀ ਹੈ। ਉਦੋਂ ਲੋਕਾਂ ਦੇ ਘਰ ਕੱਚੇ ਹੋਇਆ ਕਰਦੇ ਸਨ, ਛੰਨਾ ਹੋਇਆ ਕਰਦੀਆਂ ਸਨ, ਕਿਸੇ ਵਿਰਲੇ ਦਾ ਘਰ ਹੀ ਪੱਕਾ ਹੁੰਦਾ ਸੀ। ਤੇ ਗਵਾਂਢਣ ਕਹਿਣ ਲੱਗੀ ਵੀ ਮੈਂ ਤੈਨੂੰ ਦੁੱਗਣੀ ਮਜ਼ਦੂਰੀ ਦੇ ਦੂੰ, ਤੋ ਪਹਿ ਦੁੱਗਣੀ ਮਜ਼ਦੂਰੀ ਦੇ ਹੋ, ਮੋਕੋ ਬੇਢੀ ਦੇਹੋ ਬਤਾਈ ਹੋ। ਮੈਨੂੰ ਉਸ ਮਿਸਤਰੀ ਦਾ, ਕਾਰੀਗਰ ਦਾ ਪਤਾ ਦੱਸ। ਤੇ ਭਗਤ ਜੀ ਕਹਿੰਦੇ, ਰੀ ਬਾਈ ਬੇਟੀ ਦੇ ਨਾ ਜਾਈ, ਦੇਖ ਬੇਟੀ ਰਹਿਓ ਸਮਾਈ। ਬੇਟੀ ਪ੍ਰੀਤ ਮਜ਼ਦੂਰੀ ਮਾਗੈ, ਜੋ ਜੇ ਕਉ ਸ਼ਾਨ ਛਵਾਵੈ ਹੋ। ਉਹ ਤਾਂ ਪ੍ਰੀਤ ਰੂਪ ਮਜ਼ਦੂਰੀ ਮੰਗਦਾ, ਪ੍ਰੇਮ ਮੰਗਦਾ ਵੀ ਮੇਰੇ ਨਾਲ ਪ੍ਰੇਮ ਕਰੋ। ਉਹਨੂੰ ਇਹ ਮਜ਼ਦੂਰੀ ਚਾਹੀਦੀ ਹੈ, ਫਿਰ ਉਹ ਆਪੇ ਹੀ ਆ ਜਾਂਦਾ ਸਾਰੇ ਕੰਮ ਕਰਨ ਵਾਸਤੇ, ਜਿਹੜਾ ਉਹਨੂੰ ਪ੍ਰੇਮ ਕਰਦਾ ਹੈ। ਤਾਂ ਇਸ ਤਰ੍ਹਾਂ ਭਗਤ ਜੀ ਕਹਿੰਦੇ, ਭਾਈ ਜੋ ਗੁਰਦੇਵ ਤਾਂ ਛਾਪਰ ਛਾਈ। ਜਦੋਂ ਪੂਜਨੀਕ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਤਾਂ ਸਾਡਾ ਜਿਹੜਾ ਛੱਪਰਾ ਸੀ ਉਹ ਵੀ ਬੰਨਿਆ ਗਿਆ। ਛਾਪਰ ਛਾਈ, ਸਾਡੇ ਜੀਵਨ ਦੇ ਵਿੱਚ ਨਾਮ ਰੂਪ ਛੱਪਰਾ ਬੰਨਿਆ ਗਿਆ। ਜੋ ਗੁਰਦੇਵ ਸਹਿਜ ਨਿਕਸਾਈ। ਜਦੋਂ ਸਾਡੇ ਤੇ ਪੂਜਨੀਕ ਸਤਿਗੁਰਾਂ ਨੇ ਕਿਰਪਾ ਕੀਤੀ ਤਾਂ ਸਹਿਜ ਨਿਕਸਾਈ। ਜਦੋਂ ਸਾਧ ਸੰਗਤ ਭਗਤ ਨਾਮਦੇਵ ਜੀ ਨੂੰ, ਜਿਵੇਂ ਪਿਛਲੇ ਸ਼ਬਦ 'ਚ ਅਸੀਂ ਸਰਵਣ ਕੀਤਾ, ਰਾਜੇ ਸਲੇਮ ਸ਼ਾਹ ਨੇ ਗਊ ਚੌਂਦੀ ਕਰਨ ਵਾਸਤੇ ਕਿਹਾ, ਪਰਮਾਤਮਾ ਨੇ ਆ ਕੇ ਦਰਸ਼ਨ ਦਿੱਤੇ, ਗਊ ਜਿਉਂਦੀ ਕੀਤੀ। ਰਾਜਾ ਬੇਈਮਾਨ ਸੀ, ਆਪਣੇ ਕਾਜ਼ੀਆਂ ਮਲਾਣਿਆਂ ਨੂੰ ਕਹਿਣ ਲੱਗਿਆ ਵੀ ਮੈਂ ਚੱਲਿਆ, ਤੁਸੀਂ ਇਹਨੂੰ ਸਾਂਭ ਲਿਓ, ਮਤਲਬ ਤੁਸੀਂ ਮਾਰ ਦਿਓ। ਪਰ ਜਦੋਂ ਰਾਜਾ ਮਹਿਲਾਂ 'ਚ ਗਿਆ ਨਾ, ਤੇ ਉਹਦੇ ਸੂਲ ਦਾ ਦਰਦ ਹੋ ਪਿਆ। ਫਿਰ ਭਗਤ ਜੀ ਦੇ ਅੱਗੇ ਬੇਨਤੀਆਂ ਕਰੇ ਤੇ ਭਗਤ ਜੀ ਕਹਿਣ ਲੱਗੇ, ਰਾਜਨ ਆਪਣਾ ਸੁਭਾਅ ਸੁਧਾਰ ਲੈ ਭਾਈ, ਸਾਚ ਸੀਲ ਚੱਲ ਹੋ ਸੁਲਤਾਨ। ਨਿਮਰਤਾ ਵਾਲਾ ਤੇ ਸੱਚ ਦੇ ਰਾਹ ਵਾਲਾ ਰਸਤਾ ਧਾਰਨ ਕਰ, ਇਹੋ ਜਿਹਾ ਰਾਜ ਭਾਗ ਕਾਇਮ ਕਰ, ਰਾਜਾ ਬਣ। ਫਿਰ ਰਾਜਾ ਸਾਧ ਸਿੰਘ ਸ਼ਰਧਾਲੂ ਬਣ ਗਿਆ। ਭਗਤ ਜੀ ਨੂੰ ਇੱਕ ਸੇਜਾ ਦਿੱਤੀ, ਬਹੁਤ ਸੁੰਦਰ ਸੋਨੇ ਦੀ ਬਣੀ ਹੋਈ, ਹੀਰੇ ਮੋਤੀ ਜੜੇ ਹੋਏ ਸਨ, ਤੇ 4 ਨੌਕਰ ਚੁੱਕਣ ਵਾਸਤੇ ਵੀ ਦਿੱਤੇ। ਭਗਤ ਜੀ ਨੇ ਸੋਚਿਆ ਵੀ ਇਹ ਸੋਨੇ ਦੀ ਸੇਜਾ ਹੈ ਤੇ ਪਿੱਛੇ ਡਾਕੂ ਵੀ ਲੱਗ ਜਾਣੇ, ਚੋਰ ਵੀ ਲੱਗ ਜਾਣੇ, ਨਾਲੇ ਕਿੱਥੇ ਕਿੱਥੇ ਲਈ ਫਿਰਾਂਗੇ। ਤਾਂ ਉਸ ਸਮੇਂ ਨੌਕਰਾਂ ਨੂੰ ਕਹਿ ਕਰਕੇ ਉਹ ਜਿਹੜੀ ਸੇਜਾ ਸੀ ਗੋਦਾਵਰੀ ਨਦੀ ਵਿੱਚ ਸੁਟਵਾ ਦਿੱਤੀ। ਉਹਨਾਂ ਨੌਕਰਾਂ ਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ। ਰਾਜਾ ਕਹਿੰਦਾ ਵੀ ਭਗਤ ਜੀ ਨੇ ਮੇਰਾ ਨਰਾਦਰ ਕੀਤਾ, ਮੇਰੀ ਦਿੱਤੀ ਹੋਈ ਚੀਜ਼ ਨੂੰ ਸਵੀਕਾਰ ਨਹੀਂ ਕੀਤਾ। ਤਾਂ ਉਸ ਸਮੇਂ ਸਾਧ ਸੰਗਤ ਰਾਜੇ ਨੇ ਬਹਾਨਾ ਲਾਇਆ ਕਿ ਭਗਤ ਜੀ ਨੂੰ ਕਹੋ ਕਿ ਇਹ ਮੇਰੇ ਪੁੱਤਰ ਦੀ ਹੈ, ਮੇਰਾ ਪੁੱਤਰ ਹਿੰਡ ਕਰ ਰਿਹਾ ਹੈ ਕਿ ਉਹ ਮੈਨੂੰ ਸੇਜਾ ਚਾਹੀਦੀ ਹੈ। ਨੌਕਰਾਂ ਨੇ ਜਾ ਕੇ ਕਿਹਾ। ਭਗਤ ਜੀ ਕਹਿੰਦੇ, ਭਾਈ ਜਿਹਨੇ ਇਹ ਸੇਜਾ ਦਿੱਤੀ ਸੀ ਉਹ ਆਪੇ ਆ ਕੇ ਲੈ ਜੇ। ਰਾਜਾ ਆਪਣੇ ਨੌਕਰਾਂ ਦੇ ਨਾਲ ਆਇਆ ਤੇ ਭਗਤ ਜੀ ਕਹਿੰਦੇ ਆਪੇ ਹੀ ਕੱਢ ਲੈ ਭਾਈ। ਉਸ ਸਮੇਂ ਰਾਜੇ ਨੇ ਆਪਣੇ ਨੌਕਰ ਗੋਦਾਵਰੀ ਨਦੀ ਵਿੱਚ ਵਾੜੇ ਤਾਂ ਸਾਧ ਸੰਗਤ ਸੇਜਾ ਹੀ ਸੇਜਾ ਨਜ਼ਰ ਆਉਣ। 70 ਸੇਜਾਂ ਇਸ ਨੇ ਪਾਣੀ ਦੇ ਵਿੱਚੋਂ ਕਢਾਈਆਂ। ਤੇ ਭਗਤ ਜੀ ਕਹਿੰਦੇ, ਭਾਈ ਹੁਣ ਬਸ ਕਰੋ। ਮੁਸਲਮਾਨਾਂ ਵਿੱਚ ਇਹ ਲਿਖਿਆ ਹੋਇਆ ਹੈ ਕਿਤਾਬਾਂ ਦੇ ਵਿੱਚ ਕਿ ਜੇ ਕੋਈ ਦਾਨ ਕਰੀਏ ਉਹ 70 ਗੁਣਾ ਪ੍ਰਾਪਤ ਹੁੰਦਾ ਹੈ। ਅਸੀਂ ਤਾਂ ਤੁਹਾਨੂੰ ਇੱਥੇ ਹੀ ਦਵਾ ਦਿੱਤਾ ਹੈ। ਤਾਂ ਇਹਨਾਂ ਵਚਨ ਕਹਿੰਦਿਆਂ ਬਾਕੀ ਸਾਰੀਆਂ ਸੇਜਾਂ ਪਾਣੀ ਬਣ ਗਈਆਂ। ਇੱਥੇ ਉਹ ਵਚਨ ਕਰਦੇ ਨੇ ਭਗਤ ਜੀ, ਜਦੋਂ ਪੂਜਨੀਕ ਸਤਿਗੁਰਾਂ ਨੇ ਕਿਰਪਾ ਕੀਤੀ ਤਾਂ ਅਸੀਂ ਸੇਜਾਂ ਜਿਹੜੀਆਂ ਸਨ ਪਾਣੀ ਵਿੱਚੋਂ ਕਢਾਉਣਾ ਕੀਤੀਆਂ। ਜਦੋਂ ਪੂਜਨੀਕ ਸਤਿਗੁਰਾਂ ਨੇ ਕਿਰਪਾ ਕੀਤੀ ਤਾਂ 68 ਤੀਰਥਾਂ ਦਾ ਆਪੇ ਇਸ਼ਨਾਨ ਹੋ ਗਿਆ। ਸੁਣਿਆ 68 ਕਾ ਇਸ਼ਨਾਨ, ਜਿਵੇਂ ਪੂਰਵ ਰਾਜੇ ਨੂੰ ਘਰੇ ਬੈਠਿਆਂ ਹੀ ਇਸ਼ਨਾਨ ਹੋ ਗਿਆ ਸੀ, ਨਾਮ ਜਪਦਾ ਸੀ। ਕਿਸੇ ਬ੍ਰਾਹਮਣ ਨੇ ਕਿਹਾ ਕਿ ਰਾਜਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਆ, ਪੁੰਨ ਦਾ ਫਲ ਮਿਲੂ। ਉਸ ਸਮੇਂ ਸਾਧ ਸੰਗਤ ਰਾਜੇ ਨੇ ਸੰਕਲਪ ਕੀਤਾ ਵੀ ਤੀਰਥਾਂ ਤੇ ਜਾਣਾ ਚਾਹੀਦਾ। ਤੇ ਉਸ ਸਮੇਂ ਤੀਰਥ
ਆਪ ਹੀ ਸਾਰੇ ਰਾਜੇ ਦੇ ਕੋਲ ਆ ਗਏ। ਰਾਜੇ ਨੂੰ ਕਹਿਣ ਲੱਗੇ, ਤੂੰ ਨਾਮ ਜਪੀ ਚੱਲ, ਦੇਖ ਅਸੀਂ ਤੇਰੇ ਕੋਲ ਆ ਗਏ ਹਾਂ, ਤੂੰ ਇੱਥੇ ਇਸ਼ਨਾਨ ਕਰ ਲੈ। ਤਾਂ ਪੂਰਵ ਰਾਜੇ ਨੂੰ ਸਾਧ ਸੰਗਤ 68 ਤੀਰਥਾਂ ਦਾ ਇਸ਼ਨਾਨ ਘਰੇ ਬੈਠੇ ਹੋ ਗਿਆ ਸੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆਪਣੀ ਸੁਰਤ ਦੇ ਵਿੱਚ ਉਹ 68 ਤੀਰਥ ਦੇ ਇਸ਼ਨਾਨ ਕਰ ਲੈਂਦੇ ਹਨ। ਜਦੋਂ ਪੂਜਨਿਕ ਸਤਿਗੁਰਾਂ ਦੀ ਕਿਰਪਾ ਹੋਈ ਤਾਂ ਸਰੀਰ ਤੇ ਚੱਕਰ ਲਗਾ ਲੈਣਾ ਕੀਤੇ, ਛਾਪੇ ਲਵਾ ਲੈਣਾ ਕੀਤੇ। ਜਿਵੇਂ ਸਾਧ ਸੰਗਤ ਦੁਆਰਕਾ ਦੇ ਵਿੱਚ ਛਾਪੇ ਲਾਏ ਜਾਂਦੇ ਨੇ, ਤੇ ਭਗਤ ਜੀ ਕਹਿੰਦੇ ਆਪ ਹੀ ਛਾਪੇ ਲੱਗ ਗਏ ਸਾਰੇ। ਛਾਪੇ ਲੱਗਣ ਦਾ ਸਾਰਾ ਮਹੱਤਵ ਪ੍ਰਾਪਤ ਹੋ ਗਿਆ। ਜਸ ਰੂਪ ਚੱਕਰ ਫੈਲਾ ਦਿੱਤਾ, ਆਪਣੇ ਸੂਖਮ ਸਰੀਰ ਦੇ ਅੰਦਰ ਨਾਮ ਦਾ ਚੱਕਰ ਚਲਾ ਦਿੱਤਾ। ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਤਾਂ 12 ਤਰ੍ਹਾਂ ਦੀ ਸੇਵਾ ਮੰਨੀ ਜਾਂਦੀ ਹੈ ਹਿੰਦੂ ਮਤ ਦੇ ਵਿੱਚ। ਸਮਾਂ ਥੋੜ੍ਹਾ ਰਹਿ ਗਿਆ, ਇਸ ਲਈ ਸੰਖੇਪ ਜੇ ਅਰਥ ਕਰਾਂਗੇ। ਸੋ ਜਿਹੜੀ 12 ਤਰ੍ਹਾਂ ਦੀ ਸੇਵਾ ਮੰਨੀ ਜਾਂਦੀ ਹੈ, ਇੱਕ ਲక్ష్ਮੀ ਦੀ ਤੇ ਇੱਕ ਵਿਸ਼ਨੂੰ ਦੀ ਤੇ 12 ਪਾਰਥ। ਇਸੇ ਤਰ੍ਹਾਂ ਹੀ ਦੇਵੀ ਦੇਵਤਿਆਂ ਦੀ ਜਿਹੜੀ ਸੇਵਾ ਹੈ, ਅੱਖਾਂ ਕਰਕੇ ਸੇਵਾ ਕਰਨੀ, ਪੈਰਾਂ ਕਰਕੇ ਸੇਵਾ ਕਰਨੀ, ਹੱਥਾਂ ਕਰਕੇ ਸੇਵਾ ਕਰਨੀ, ਇਹ ਵੀ 12 ਤਰ੍ਹਾਂ ਦੀ ਮੰਨੀ ਜਾਂਦੀ ਹੈ। ਭਗਤ ਜੀ ਕਹਿੰਦੇ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਉਹਦਾ ਸਾਰੇ ਤਰ੍ਹਾਂ ਦੀ ਸੇਵਾ ਆਪੇ ਹੀ ਹੋ ਗਈ। ਜਦੋਂ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਤਾਂ ਸਾਰੀਆਂ ਜ਼ਹਿਰਾਂ ਅੰਮ੍ਰਿਤ ਦੀ ਤਰ੍ਹਾਂ ਮਿੱਠੀਆਂ ਬਣ ਗਈਆਂ। ਜਿਵੇਂ ਮੀਰਾ ਬਾਈ ਨੂੰ ਉਹਦੇ ਜੇਠ ਨੇ ਸਾਧ ਸੰਗਤ ਜ਼ਹਿਰ ਪਾ ਕੇ ਦਿੱਤੀ ਸੀ ਖਿਚੜੀ ਦੇ ਵਿੱਚ, ਤਾਂ ਮੀਰਾ ਬਾਈ ਨੇ ਭਗਵਾਨ ਨੂੰ ਪਹਿਲਾਂ ਭੋਗ ਲਵਾਇਆ। ਭਗਵਾਨ ਨੇ ਜਿਹੜੀ ਉਹਦੇ 'ਚ ਜ਼ਹਿਰ ਸੀ ਸਾਰੀ ਸੋਖ ਲੈਣਾ ਕੀਤੀ, ਤਾਂ ਉਸ ਸਮੇਂ ਜਿਹੜੀ ਖਿਚੜੀ ਖਾਧੀ ਉਹਦਾ ਜ਼ਹਿਰ ਨਹੀਂ ਚੜ੍ਹਿਆ। ਇਸ ਤਰ੍ਹਾਂ ਹੀ ਬਾਬਾ ਆਇਆ ਸਿੰਘ ਜੀ ਹੋਏ ਨੇ। ਬਾਬਾ ਆਇਆ ਸਿੰਘ ਜੀ ਨੂੰ ਉਹਨਾਂ ਦੇ ਇੱਕ ਸੇਵਕ ਨੇ 3 ਵਾਰ ਜ਼ਹਿਰ ਦਿੱਤੀ, ਪਰ 3 ਵਾਰ ਸਾਧ ਸੰਗਤ ਜ਼ਹਿਰ ਦਾ ਅਸਰ ਨਾ ਹੋਇਆ। ਮਹਾਂਪੁਰਖ ਇੰਨਾ ਨਾਮ ਜਪਿਆ ਕਰਦੇ ਸਨ। ਭਗਤ ਜੀ ਕਹਿੰਦੇ ਜਿਹਦੇ ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਹੈ ਉਹਨੂੰ ਜ਼ਹਿਰ ਵੀ ਮਿੱਠੀ ਲੱਗਣ ਲੱਗ ਜਾਂਦੀ ਹੈ, ਭਾਵ ਜ਼ਹਿਰ ਵੀ ਅੰਮ੍ਰਿਤ ਹੋ ਜਾਂਦੀ ਹੈ। ਜਦੋਂ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਤਾਂ ਸਾਰੇ ਸ਼ੰਕੇ ਟੁੱਟ ਜਾਂਦੇ ਹਨ। ਜਦੋਂ ਪੂਜਨੀਕ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਤਾਂ ਜਮਾਂ ਤੋਂ ਛੁੱਟ ਜਾਈਦਾ ਹੈ। ਜਦੋਂ ਪੂਜਨੀਕ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਤਾਂ ਜੀਵ ਇਸ ਭਵਜਲ ਸੰਸਾਰ ਤੋਂ ਤਰ ਜਾਂਦਾ ਹੈ। ਜਦੋਂ ਪੂਜਨੀਕ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਤਾਂ ਜਨਮਾਂ ਵਿੱਚ ਵਾਰ-ਵਾਰ ਪੈ ਕੇ ਮਰਨਾ ਨਹੀਂ ਪੈਂਦਾ। ਜਦੋਂ ਪੂਜਨੀਕ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਤਾਂ ਜਿਹੜੇ 18 ਪ੍ਰਾਣ ਹਨ, ਜਿਨ੍ਹਾਂ ਵਿੱਚ ਰਾਜਿਆਂ ਤੇ ਅਵਤਾਰਾਂ ਦੀਆਂ ਸਾਖੀਆਂ ਨੇ, ਉਹ ਸਾਰੀਆਂ ਹੀ ਜਾਣ ਲਈਆਂ। 18 ਪ੍ਰਾਣਾਂ ਦਾ ਵਿਵਹਾਰ ਵੀ ਦੇਖ ਲੈਣਾ ਕੀਤਾ। ਜਦੋਂ ਪੂਜਨੀਕ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਤਾਂ ਜਿਹੜੀਆਂ ਇਹ 18 ਭਾਰ ਬਨਸਪਤੀ ਹੈ ਸਾਰੀ ਪਿਆਰੀ ਲੱਗਣ ਲੱਗ ਜਾਂਦੀ ਹੈ, ਸਾਰਿਆਂ ਵਿੱਚ ਸਤਿਕਾਰਿਆ ਜਾਈਦਾ ਹੈ। ਗੁਰੂ ਤੋਂ ਬਿਨਾਂ ਸਾਡੇ ਵਾਸਤੇ ਭਗਤ ਜੀ ਕਹਿੰਦੇ ਭਾਈ ਹੋਰ ਕੋਈ ਥਾਂ ਨਹੀਂ ਹੈ। ਭਗਤ ਨਾਮਦੇਵ ਜੀ ਕਹਿੰਦੇ ਅਸੀਂ ਤਾਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਹਾਂ, ਅਸੀਂ ਤਾਂ ਸਦਾ ਸਤਿਗੁਰਾਂ ਦੀ ਸ਼ਰਨ ਵਿੱਚ ਰਹਿੰਦੇ ਹਾਂ। ਅਸੀਂ ਵੀ ਭਾਈ ਸਤਿਗੁਰਾਂ ਦੀ ਸ਼ਰਨ ਲਈਏ। ਜਿੱਥੇ ਮਹਾਰਾਜ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਨਿਗੁਰੇ ਕਾ ਹੈ ਨਾਉ ਬੁਰਾ, ਸਤਿਗੁਰ ਬਾਝਹੁ ਗੁਰ ਨਹੀਂ ਕੋਈ। ਗੁਰੂ ਵਾਲੇ ਬਣੀਏ, ਗੁਰਮੁਖਾਂ ਵਾਲਾ ਜੀਵਨ ਬਣਾਈਏ। ਜਦੋਂ ਅਸੀਂ ਗੁਰਮੁਖ ਬਣਾਂਗੇ ਨਾ ਫਿਰ ਸਾਡੇ ਪਰਿਵਾਰਾਂ ਵਿੱਚ ਵੀ ਗੁਰਸਿੱਖੀ ਆਵੇਗੀ। ਆਪਣੇ ਪਰਿਵਾਰਾਂ ਦੇ ਉਧਾਰ ਵਾਸਤੇ ਬਦਲ ਜੋ, ਆਪਣੇ ਆਪ ਨੂੰ ਸਵਾਰ ਲਈਏ ਸਾਧ ਸੰਗਤ। ਨਹੀਂ ਅਸੀਂ ਦੇਖਦੇ ਹਾਂ ਸਮੇਂ ਵਿੱਚ ਕੀ ਹੋਈ ਜਾਂਦਾ ਹੈ, ਅਤੇ ਸਤਿਗੁਰੂ ਤਾਂ ਸਾਡੇ ਭਲੇ ਵਾਸਤੇ ਹੀ ਉਪਦੇਸ਼ ਕਰਦੇ ਨੇ। ਜਿਹੜਾ ਧਾਰ ਲਏਗਾ ਉਹ ਸੁਖੀ ਹੋ ਜਾਵੇਗਾ। ਸੋ ਮਹਾਰਾਜ ਕਹਿੰਦੇ ਭਾਈ ਸਦਾ ਸਤਿਗੁਰਾਂ ਦੀ ਸ਼ਰਨ ਵਿੱਚ ਰਹੋ, ਨਾਮ ਬਾਣੀ ਦਾ ਅਭਿਆਸ ਕਰੋ, ਗੁਰਮਤਿ ਧਾਰਨ ਕਰੋ, ਮਨ ਮਤ ਨੂੰ ਤਿਆਗੋ। ਸਤਿਗੁਰੂ ਸਾਰਿਆਂ 'ਤੇ ਕਿਰਪਾ ਕਰਨ। ਸਮਾਪਤੀ ਹੈ ਜੀ।
ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਜੋ